पंकज बंदन पग पंकज बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गावो श्री अर्जन बिघ्नन के नाशक बिघ्नन के नाशक श्री हर गोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला धरों धरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत वैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए। तन तन सच्चे पातशाह गरीब नवाज अंतरजामी दीन दुनिया दे मालक चावर छतर तखत दे मालक समरथ गुरु प्रतख सतगुरु दीन दयाल कृपाल अंतरजामी पूਰਨ पार ब्रह्म परमेश्वर वाहिगुरु अकाल पुरख सबरूप सच्चे पातशाह महान बख्शिशां दे मालक सच्चे पातशाह मेहरां करन वाले दया करन वाले सच्चे पातशाह दासां गरीबां दी सदा ही इज्जत पत रखण वाले सच्चे पातशाह पड़दे कज्जण वाले सच्चे पातशाह राजन के राजा महाराजन के महाराजा धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्रेम दे नाल आखो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज श्री गुरु ग्रंथ साहिब सच्चे पातशाह जी दी पावन पवित्र अमृतमयी चरण शरण हाजूरी दे अंदर सुभाएमान गुरु की साजी नवाजी गुरु जी का खास रूप गुरु जी की प्यारी साध संगत जी आप जी बड़े ही प्यार दे नाल गुरु सवारियां पासों
ਭਗਤ ਜੀ, ਧੰਨ ਭਗਤ ਕਬੀਰ ਸਾਹਿਬ ਜੀ, ਉਹਨਾਂ ਦਾ ਪਵਿੱਤਰ ਜੀਵਨ, ਉਹਨਾਂ ਦੀ ਪਵਿੱਤਰ ਗੁਰਬਾਣੀ ਦੇ ਵਿੱਚੋਂ ਕੀਰਤਨ ਸਰਵਣ ਕਰ ਰਹੇ ਸੀ। ਬੜੇ ਹੀ ਪਿਆਰ ਦੇ ਨਾਲ ਗੁਰੂ ਕੇ ਸਵਾਰੇ ਕੀਰਤਨ ਸਰਵਣ ਕਰਾ ਰਹੇ ਸਨ, ਔਰ ਜਿਹਦੇ ਵਿੱਚ ਦੱਸ ਰਹੇ ਸਨ ਵੀ ਕਬੀਰ ਸਾਹਿਬ ਇਹ ਕਹਿ ਰਹੇ ਨੇ ਵੀ ਮੈਂ ਕੁਝ ਵੀ ਨਹੀਂ ਕੀਤਾ, ਇਹ ਵਾਹਿਗੁਰੂ ਜੀ ਦਾ ਪ੍ਰਤਾਪ ਹੈ। ਹਰ ਪਾਸੇ ਕਬੀਰ ਕਬੀਰ ਹੋ ਰਹੀ ਹੈ, ਹਰ ਪਾਸੇ ਕਬੀਰ ਕਬੀਰ ਹੀ ਹੋ ਰਹੀ ਹੈ। ਇਹਦਾ ਵੀ ਇੱਕ ਕਾਰਨ ਹੈ। ਆਪਾਂ ਸਮਾਪਤੀ ਤੇ ਵੀ ਚਲੋ ਬੇਨਤੀ ਕਰਨੀ ਸੀ, ਆਰੰਭ ਤਾਂ ਕਰ ਦੇਣਾ। ਕਬੀਰ ਸਾਹਿਬ ਜੀ ਰੱਬ ਦੇ ਭਗਤ ਨੇ ਜੀ, ਤੇ ਭਗਤ ਵੀ ਕੈਸੇ ਨੇ, ਭਗਤ ਦੇ ਵੀ ਅਰਥ ਬੜੇ ਕੀਤੇ ਵਿਦਵਾਨਾਂ ਨੇ, ਪਰ ਵੈਸੇ ਭਗਤ ਦੇ ਜਿਹੜੇ ਅਰਥ ਨੇ ਉਹ ਪੱਬਾ, ਗੱਗਾ ਤੇ ਤੱਤਾ, ਇਹਨਾਂ ਸ਼ਬਦਾਂ, ਇਹਨਾਂ ਅੱਖਰਾਂ ਤੋਂ ਭਗਤ ਸ਼ਬਦ ਬਣਦਾ ਜੀ। ਭੱਬੇ ਤੋਂ ਗੁਰੂ ਪਿਆਰੇ ਦੱਸਦੇ ਜਿਹੜਾ ਰੱਬ ਦੇ ਭੈ ਵਿੱਚ ਜੀਵਨ ਗੁਜ਼ਾਰੇ ਜੀ, ਰੱਬ ਦਾ ਭੈ ਰੱਖਣਾ, ਰੱਬ ਤੋਂ ਡਰ ਕੇ ਰਹਿਣਾ ਜੀ। ਹਾਂਜੀ, ਭਗਤੀ ਭਾਵ ਹੋਵੇ ਜੀ, ਜਿਹਦੇ ਅੰਦਰ ਭੈ ਤੇ ਭਾਵ ਇਹ ਦੋਵੇਂ ਸ਼ਬਦ ਹੋਣ, ਸ਼ਰਧਾ ਵੀ ਹੋਵੇ, ਰੱਬ ਦਾ ਡਰ ਵੀ ਹੋਵੇ, ਪਰਮੇਸ਼ਰ ਨਾਲ ਪ੍ਰੇਮ ਹੋਵੇ ਜੀ, ਫਿਰ ਗਿਆਨ ਹੋਵੇ ਜੀ। ਹਾਂਜੀ, ਤੇ ਤਤਾ ਤਿਆਗੀ ਹੋਵੇ, ਉਹਦੇ ਵਿੱਚ ਮੋਹ ਨਾ ਹੋਵੇ ਜੀ। ਜਿਹਦੇ ਵਿੱਚ ਇਹ ਗੁਣ ਹੋਣ ਉਹਨੂੰ ਭਗਤ ਕਹਿਣ ਲੱਗ ਪੈਂਦੇ ਜੀ। ਭਗਤ ਜੀ ਦੇ ਹੁੰਦਿਆਂ ਹੀ ਭਗਤ ਜੀ ਦੀ ਜੈ ਜੈਕਾਰ ਸ਼ੁਰੂ ਹੋ ਗਈ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਮੁਖੋ, ਭਗਤੀ ਬਹੁਤ ਵੱਡੀ ਚੀਜ਼ ਹੈ ਜੀ। ਜਿਹਦੇ ਪੱਲੇ ਰੱਬ ਦੀ ਭਗਤੀ ਹੈ ਨਾ ਜੀ, ਉਹਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ ਹੈ। ਉਹ ਇੱਕ ਥਾਂ ਤੇ ਬੈਠਾ ਹੀ ਰਵੇ ਜੀ, ਦੁਨੀਆ ਦੇ ਸਭ ਸੁੱਖ ਪਦਾਰਥ ਉਹਦੇ ਆਲੇ ਦੁਆਲੇ ਘੁੰਮਣ ਲੱਗ ਪੈਣਗੇ ਜੀ। ਭਗਤੀ ਪਰਮੇਸ਼ਰ ਦੀ ਬਹੁਤ ਵੱਡੀ ਇੱਕ ਨਿਆਮਤ ਹੈ ਜੀ, ਜਿਹਨੂੰ ਮਿਲ ਜਾਏ ਜੀ। ਭਗਤ ਜੀ, ਭਗਤ ਕਬੀਰ ਸਾਹਿਬ ਜੀ, ਬੜਾ ਵੱਡਾ ਉਹਨਾਂ ਦਾ ਜਪ ਤਪ, ਮਹਾਨ ਭਗਤੀ, ਜਿਹਦੇ ਕਰਕੇ ਉਹਨਾਂ ਨੇ ਇਹ ਕਿਹਾ ਵੀ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਕਹਿਣ ਲੱਗੇ ਮੈਂ ਗੱਜ ਕੇ ਕਹਿ ਰਿਹਾ, ਡੰਕੇ ਦੀ ਚੋਟ ਤੇ ਕਹਿ ਰਿਹਾ, ਰਾਮ ਤੇ ਕਬੀਰ ਇੱਕ ਹੋ ਚੁੱਕੇ ਨੇ। ਕਬੀਰ ਸਾਹਿਬ ਜੀ ਦਾ ਜਿਹੜਾ ਜਨਮ ਸੀ ਨਾ ਜੀ, ਉਹ ਕੋਈ ਬਹੁਤੀ ਉੱਚੀ ਜਾਤ ਵਿੱਚ ਨਹੀਂ ਸੀ ਹੋਇਆ। ਚਲੋ ਲੋਕ ਇਹਨਾਂ ਗੱਲਾਂ ਨੂੰ ਮੰਨਦੇ ਸਨ ਉਸ ਸਮੇਂ ਜੀ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਕੋਈ ਉਸ ਸਮੇਂ ਬਹੁਤੀ ਉੱਚੀ ਜਾਤ ਵਿੱਚ ਨਹੀਂ ਸੀ ਹੋਇਆ। ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਸਨ ਨਾ ਜੀ, ਉਹਨਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਪਰ ਗੁਰਮੁਖੋ, ਇੱਥੇ ਜਾਤ ਦਾ ਸੰਬੰਧ ਕੋਈ ਨਹੀਂ ਹੈਗਾ। ਜਿਹੜਾ ਬੰਦਾ ਰੱਬ ਦੀ ਭਗਤੀ ਕਰੇ ਜੀ, ਗੱਜ ਕੇ ਆਖੋ ਵਾਹਿਗੁਰੂ। ਕੁਰਸੀ ਦੇ ਦਿਓ। ਜਿਹੜਾ ਬੰਦਾ, ਬਾਹਰ ਬਿਠਾ ਦਿਓ, ਜਿਹੜਾ ਬੰਦਾ ਰੱਬ ਦੀ ਭਗਤੀ ਕਰੇ ਤੇ ਸੰਗਤ ਜੀ ਉਹੋ ਹੀ ਅਮਰ ਹੋ ਜਾਂਦਾ ਜੀ। ਬਾਬਾ ਜੀ, ਬਾਬਾ ਕਬੀਰ ਸਾਹਿਬ ਨੇ ਭਗਤੀ ਕੀਤੀ ਪਰਮੇਸ਼ਰ ਦੀ ਜੀ, ਤੇ ਭਗਤੀ ਵੀ ਡਟ ਗਏ ਜੀ, ਡਟ ਗਏ ਉਹ। ਹਾਂਜੀ, ਇੱਥੋਂ ਤੱਕ ਮਾਤਾ ਜੀ ਨੂੰ ਕਹਿਣਾ ਪਿਆ ਕਿ ਮੇਰਾ ਪੁੱਤ ਹੁਣ ਮੇਰੇ ਵੱਸ ਦਾ ਨਹੀਂ ਰਿਹਾ ਜੀ, ਦੇਰੀ ਬੈਠੀ ਮਾਤਾ ਰੋਵੈ। ਬਹੁਤ ਕੁਝ ਹੋਇਆ ਭਗਤ ਜੀ ਦੇ ਜੀਵਨ ਵਿੱਚ, ਪਰ ਕਬੀਰ ਸਾਹਿਬ ਨੇ ਰੱਬ ਵਾਲਾ ਪਾਸਾ ਹੀ ਚੁਣਿਆ ਜੀ। ਇਸ ਤਰੀਕੇ ਨਾਲ ਰੱਬ ਵਾਲਾ ਪਾਸਾ ਚੁਣਿਆ ਵੀ ਚੁਣ ਹੀ ਲਿਆ ਜੀ, ਤੇ ਕਬੀਰ ਸਾਹਿਬ ਉਸ ਪਹਿਰੇ ਤੇ ਡਟ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਸੁਣਦੇ ਵੀ ਆ, ਸਭ ਕੁਝ ਹੈ, ਪਰ ਡਟਦੇ ਨਹੀਂ ਜੀ। ਭਗਤ ਕਬੀਰ ਸਾਹਿਬ ਡਟ ਗਏ ਜੀ ਉਸ ਪਾਸੇ ਤੇ ਫਿਰ ਕਬੀਰ ਸਾਹਿਬ ਜੀ ਦਾ ਬਹੁਤ ਵੱਡਾ ਪ੍ਰਤਾਪ, ਵਾਹਿਗੁਰੂ ਜੀ ਦੀ ਬੰਦਗੀ ਉਹਨਾਂ ਕੀਤੀ। ਅੱਜ ਜਿੱਥੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ, ਉੱਥੇ ਭਗਤ ਜੀ ਨੂੰ ਵੀ ਨਮਸਕਾਰ ਹੁੰਦੀ ਜੀ ਨਾਲ ਹੀ। ਮਹਾਰਾਜ ਨੇ ਬਾਣੀ ਦੇ ਨਾਲ ਕਬੀਰ ਜੀਓ ਸ਼ਬਦ ਵਰਤਿਆ ਜੀ, ਕਬੀਰ ਜੀਓ। ਹਾਂਜੀ, ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਦਿਨ ਬੈਠੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ ਜੀ, ਤੇ ਸਿੱਖ ਬਚਨ ਬਲਾਸ ਕਰਨ ਲੱਗ ਪਏ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਸਵਾਲ ਪੁੱਛੀਏ। ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਪੁੱਛੋਗੇ ਤੇ ਸਾਡੇ ਕੋਲੋਂ ਉੱਤਰ ਨਹੀਂ ਦਿੱਤਾ ਜਾਣਾ। ਮਹਾਰਾਜ ਕਹਿੰਦੇ ਨਹੀਂ ਫਿਰ ਵੀ ਦੱਸੋ, ਕਬੀਰ ਸਾਹਿਬ ਦੇ ਸਮੇਂ ਰਾਜਾ ਕਿਹੜਾ ਹੋਇਆ ਜੀ? ਆਹ ਸਵਾਲ ਇੱਕ ਕੀਤਾ। 5 ਬੰਦੇ ਉੱਠੇ ਜੀ, 5 ਨੇ ਵੱਖੋ ਵੱਖਰਾ ਜਵਾਬ ਦਿੱਤਾ ਜੀ।
ਕਿਸੇ ਨੇ ਪ੍ਰਿਥਵੀ ਰਾਜ ਚੌਹਾਨ ਦਾ ਨਾਮ ਲਿਆ, ਕਿਸੇ ਦਾ ਨਾਮ ਲਿਆ, ਮਦਨਪਾਲ ਰਾਜੇ ਦਾ ਨਾਮ ਲਿਆ ਜੀ। ਬੜੇ ਰਾਜਿਆਂ ਦੇ ਨਾਮ ਲਏ। ਸੱਚੇ ਪਾਤਸ਼ਾਹ ਕਹਿੰਦੇ ਬੈਠ ਜਾਓ। ਮਹਾਰਾਜ ਕਹਿੰਦੇ ਜਵਾਬ ਇੱਕ ਵੀ ਸਹੀ ਨਹੀਂ ਹੈਗਾ ਤੁਹਾਡਾ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਸਿੱਖ ਕਹਿੰਦੇ ਮਹਾਰਾਜ ਫਿਰ ਦੱਸੋ ਰਾਜੇ ਦਾ ਨਾਮ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਵੇਖੋ, ਰੱਬ ਦੀ ਭਗਤੀ ਦੀ ਗੱਲ ਵੇਖੋ। ਇੱਕੋ ਸਮੇਂ ਦੋ ਬੰਦੇ ਆਏ ਜੀ। ਇੱਕ ਸਮੇਂ ਦਾ ਰਾਜਾ ਸੀ, ਇੱਕ ਭਗਤ ਸੀ। ਕਹਿਣ ਲੱਗੇ ਇੱਕ ਕੁੱਲੀ 'ਚ ਬੈਠਾ ਰਾਮ ਰਾਮ ਕਰਦਾ ਰਿਹਾ। ਹਾਂਜੀ, ਤੇ ਕਹਿਣ ਲੱਗੇ ਇੱਕ ਰਾਜ ਭਾਗ ਕਮਾਉਂਦਾ ਸੀ ਤੇ ਨਾਲੇ ਇੱਕ ਨੂੰ ਕੋਈ ਜਾਣਦਾ ਨਹੀਂ ਸੀ। ਇੱਕ ਤੁਰਦਾ ਸੀ, ਭਾਵ ਜਦੋਂ ਰਾਜਾ ਤੁਰਦਾ ਸੀ ਤੇ ਹਜ਼ਾਰਾਂ ਹੀ ਸੈਨਾ ਉਹਦੇ ਪਿੱਛੇ ਹੁੰਦੀਆਂ ਸਨ ਜੀ। ਸਲਾਮਾਂ ਕਰਨ ਵਾਲੇ ਲੋਕ ਉਹਨੂੰ ਕਈ ਪ੍ਰਕਾਰ ਦੀਆਂ ਸਲਾਮਾਂ ਕਰਦੇ। ਤੇ ਅੱਜ ਜਿਹੜਾ ਕੁੱਲੀ 'ਚ ਬੈਠਾ ਰੱਬ ਰੱਬ ਕਰਦਾ ਰਿਹਾ, ਉਹਦਾ ਨਾਮ ਤੇ ਦੁਨੀਆ ਜਾਣਦੀ ਹੈ। ਉਹਦੇ ਸਮੇਂ ਜਿਹੜਾ ਰਾਜਾ ਹੋਇਆ ਉਹਦਾ ਨਾਮ ਕੋਈ ਨਹੀਂ ਜਾਣਦਾ। ਮਹਾਰਾਜ ਕਹਿੰਦੇ ਇਹ ਕੀ ਗੱਲ ਹੈ ਭਲਾ? ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜੀ ਅਸੀਂ ਸਮਝੇ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖੋ, ਰੱਬ ਦੀ ਭਗਤੀ ਵੱਡੀ 'ਚ ਕਹਿਣ ਲੱਗੇ। ਰੱਬ ਦੀ ਭਗਤੀ ਕੀਤੀ ਕਬੀਰ ਸਾਹਿਬ ਨੇ ਤੇ ਕਬੀਰ ਸਾਹਿਬ ਕਿੰਨੇ ਵੱਡੇ ਹੋ ਗਏ। ਕਬੀਰ ਜੀ ਦਾ ਨਾਮ ਤੇ ਬੱਚਾ ਬੱਚਾ ਜਾਣਦਾ ਜੀ। ਹਾਂਜੀ, ਤੇ ਰਾਜੇ ਦਾ ਨਾਮ ਸਿਆਣਿਆਂ ਨੂੰ ਵੀ ਨਹੀਂ ਪਤਾ ਜੀ। ਫਿਰ ਮਹਾਰਾਜ ਨੇ ਦੱਸਿਆ ਵੀ ਉਸ ਸਮੇਂ ਦੇ ਰਾਜੇ ਦਾ ਨਾਮ ਸਿਕੰਦਰ ਸੀਗਾ ਜੀ। ਇਹ ਗੱਲ ਸੱਚੇ ਪਾਤਸ਼ਾਹ ਜੀ ਨੇ ਦੱਸੀ ਜੀ। ਫਿਰ ਕਹਿਣ ਦਾ ਭਾਵ ਇਹ ਹੈ ਕਬੀਰ ਸਾਹਿਬ ਨੇ ਬੰਦਗੀ ਕੀਤੀ ਤੇ ਲੋਕ ਉਹਨਾਂ ਨੂੰ ਜਾਣ ਰਹੇ ਜੀ। ਹਾਂਜੀ, ਤੇ ਕਬੀਰ ਸਾਹਿਬ ਦੇ ਗੁਰੂ ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਮੰਨਿਆ ਜੀ। ਹਾਂਜੀ, ਉਹ ਗੰਗਾ ਕਿਨਾਰੇ ਬੈਠੇ ਜੀ ਕਬੀਰ ਜੀ, ਤੇ ਚਰਨ ਛੁਆ ਕੇ ਇਹ ਗੱਲ ਆਖੀ ਵੀ ਉੱਠ ਰਾਮ ਕੇ ਰਾਮ ਕਹੋ। ਬਸ ਉਸ ਦਿਨ ਤੋਂ ਬਾਅਦ ਰਾਮ ਰਾਮ ਜਪਣਾ ਸ਼ੁਰੂ ਕਰ ਦਿੱਤਾ ਜੀ। ਹਾਂਜੀ, ਤੇ ਰਾਮ ਦਾ ਰੂਪ ਹੀ ਬਣ ਗਏ ਜੀ ਭਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਰਾਮ ਦਾ ਰੂਪ ਹੀ ਬਣ ਗਏ ਜੀ। ਫਰਕ ਬੜਾ ਹੈ। ਕਬੀਰ ਸਾਹਿਬ ਉਤੋਂ ਰਾਮ ਰਾਮ ਨਹੀਂ ਸੀ ਕਹਿੰਦੇ, ਕਬੀਰ ਸਾਹਿਬ ਅੰਦਰੋਂ ਪਿਆਰ ਨਾਲ ਕਹਿੰਦੇ ਸੀਗੇ ਜੀ। ਹਾਂਜੀ, ਤੇ ਆਪਾਂ ਵੀ ਜਦੋਂ ਵਾਹਿਗੁਰੂ ਵਾਹਿਗੁਰੂ ਆਖੀਏ ਤੇ ਅੰਦਰੋਂ ਪਿਆਰ ਨਾਲ ਆਖੀਏ ਜੀ। ਅੰਦਰੋਂ ਪਿਆਰ ਦੇ ਨਾਲ, ਜਿਹੜਾ ਪਿਆਰ ਨਾਲ ਆਖੇਗਾ ਫਿਰ ਹਿਰਦੇ 'ਚ ਵਸੀ ਜਾਏਗਾ ਜੀ। ਆਪਾਂ ਆਪੇ ਹੀ ਹਿਸਾਬ ਲਾਈਏ, ਜਿੰਨੀ ਵਾਰੀ ਅਸੀਂ ਵਾਹਿਗੁਰੂ 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 ਬੋਲਦੇ ਹਾਂ ਉਹ ਗਲੇ 'ਚ ਹੀ ਰਹਿੰਦਾ ਜਾਂ ਹੇਠਾਂ ਵੀ ਆਉਂਦਾ ਜੀ, ਠਾਂ ਵੀ ਜਾਂਦਾ ਜੀ। ਹਾਂਜੀ, ਵਿਰਲਿਆਂ ਦੇ ਠਾਂ ਜਾਂਦਾ ਜੀ, ਅੰਦਰ ਜਾਂਦਾ ਜੀ, ਨਹੀਂ ਤੇ ਗਲੇ ਤੱਕ ਰਹਿ ਕੇ ਬਾਹਰ ਹਵਾ ਦਾ ਰੂਪ ਹੀ ਬਣ ਜਾਂਦਾ ਜੀ। ਪਿਆਰ ਦੇ ਨਾਲ ਆਖਣਾ। ਜਪ ਜਦੋਂ ਬੰਦਾ ਪਿਆਰ ਨਾਲ ਕਰੇਗਾ ਨਾ ਜੀ, ਫਿਰ ਹਿਰਦੇ 'ਚ ਵਸੇਗਾ ਜੀ ਉਹ ਜੀ। ਤੇ ਜੇ ਬਾਹਰੋਂ ਆਖਣਾ ਤੇ ਭਾਵੇਂ ਸਪੀਕਰਾਂ 'ਚ ਆਖੀ ਜਾਏ। ਗੱਜ ਕੇ ਆਖੋ ਵਾਹਿਗੁਰੂ। ਮੇਰੇ ਵਰਗੇ ਬੜੇ ਗਿਆਨੀ ਕਥਾਵਾਚਕ ਮਾਈਕ ਹੀ ਬਣ ਕੇ ਰਹਿ ਗਏ ਜੀ। ਮਾਈਕ ਦਾ ਕੀ ਕੰਮ ਹੈ ਭਲਾ? ਜਿਹੜਾ ਮਾਈਕ ਹੈ ਇਹਦੇ ਵਿੱਚ ਆਵਾਜ਼ ਜਾਂਦੀ ਹੈ। ਹਾਂਜੀ, ਤੇ ਗਾਂ ਉਹ ਅੱਗੋਂ ਸਪੀਕਰਾਂ ਰਾਹੀਂ ਕਿੰਨੀ ਫੈਲਦੀ ਹੈ ਆਵਾਜ਼ ਜੀ। ਹਾਂਜੀ, ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ, ਪਰ ਮਾਈਕ ਹੀ ਰਹਿੰਦਾ ਜੀ। ਹਾਂਜੀ, ਮਾਈਕ ਤੇ ਮਾਈਕ ਹੀ ਰਹਿੰਦਾ ਜੀ। ਹਾਂਜੀ, ਫਿਰ ਕੋਈ ਇਹ ਨਹੀਂ ਕਹਿੰਦਾ ਵੀ ਇਹ ਮਾਈਕ ਸੁੱਚਾ ਤੇ ਮਾਈਕ ਝੂਠਾ ਜੀ। ਹਾਂਜੀ, ਬੜੇ ਬੜੇ ਮਾਈਕਾਂ 'ਚ ਕੋਈ ਗਾਣੇ ਬੋਲੀ ਜਾਂਦਾ, ਕੋਈ ਕੁਛ ਬੋਲੀ ਜਾਂਦਾ ਜੀ। ਮਾਈਕ ਹੀ ਰਹਿੰਦਾ ਤੇ। ਪਰ ਗੁਰਮੁਖੋ, ਪਰਮੇਸ਼ਰ ਕਿਰਪਾ ਕਰੇ ਬੰਦਾ ਮਾਈਕ ਹੀ ਨਾ ਬਣਿਆ ਰਹੇ, ਅੰਦਰ ਵਸ ਜੇ ਵਾਹਿਗੁਰੂ ਜੀ ਦਾ ਨਾਮ। ਜਿਵੇਂ ਭਗਤ ਕਬੀਰ ਸਾਹਿਬ ਨੇ ਪਿਆਰ ਨਾਲ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੀ ਗੱਲ ਬਣ ਗਈ। ਸਾਧਨਾ ਤੇ ਬੜੀ ਵੱਡੀ ਸੀਗੀ ਜੀ ਉਹਨਾਂ ਦੀ। ਹਾਂਜੀ, ਆਪਾਂ ਨੂੰ ਤੇ ਇੱਕੋ ਹੀ ਜਨਮ ਨਜ਼ਰ ਆਉਂਦਾ ਨਾ ਜੀ ਵੀ ਭਗਤ ਕਬੀਰ ਸਾਹਿਬ ਦਾ ਜਨਮ ਇੱਕ ਹੈ। ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਸਾਧਨਾ ਸੀ ਜਿਹਦੇ ਕਰਕੇ ਭਗਤ ਕਬੀਰ ਸਾਹਿਬ ਦਾ ਇਸ ਜੀਵਨ ਵਿੱਚ ਮਿਲਾਪ ਹੋ ਗਿਆ ਜੀ ਪਰਮੇਸ਼ਰ ਨਾਲ ਜੀ। ਹਾਂਜੀ, ਭਗਤ ਕੌਣ ਹੁੰਦਾ ਜੀ? ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਜਿਹਦੇ ਹਿਰਦੇ 'ਚ ਪਾਰ ਬ੍ਰਹਮ ਪਰਮੇਸ਼ਰ ਵਸ ਜਾਵੇ ਜੀ। ਸੋ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਆਖੋ ਵਾਹਿਗੁਰੂ ਵਾਹਿਗੁਰੂ। ਪ੍ਰੇਮ ਨਾਲ ਜਿਵੇਂ ਭਗਤ ਜੀ ਨੇ ਆਪਣੇ ਜੀਵਨ 'ਚ ਪ੍ਰੇਮ ਨਾਲ ਜਪਿਆ ਨਾ ਜੀ, ਉਵੇਂ ਸਾਰੇ ਪੂਰੇ ਪ੍ਰੇਮ ਨਾਲ ਵਾਹਿਗੁਰੂ ਸ਼ਬਦ ਨੂੰ ਪਿਆਰ ਕਰਕੇ ਵਾਹਿਗੁਰੂ ਆਖੋ।
ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਲੜੀਵਾਰ ਕਥਾ ਵਾਲੇ ਪਾਸੇ ਆਓ ਜੀ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿਧੀ ਚੰਦ ਜੀ ਨੂੰ ਆਸ਼ੀਰਵਾਦ ਦੇ ਕੇ ਤੋਰਦੇ। ਵਿਧੀ ਚੰਦ ਦੂਜਾ ਘੋੜਾ ਵੀ ਲੈ ਆਓ ਤੇ ਇਹਨਾਂ ਦਾ ਵਿਛੋੜਾ ਦੂਰ ਕਰ ਦਿਓ। ਤੇ ਜਦੋਂ ਜਾਓਗੇ ਇੱਕੋ ਹੀ ਸ਼ਬਦ ਵਰਤਿਆ ਜਿਹੜਾ ਮੇਨ ਸੀਗਾ ਜੀ, ਉਹ ਇਹ ਸੀ ਗੁਰੂ ਸਹਾਈ ਹੋਣਗੇ ਜੀ। ਇਹ ਸ਼ਬਦ ਵਰਤਿਆ, ਉਹਦੀ ਅੱਗੋਂ ਵਿਸਥਾਰ ਕੀਤਾ ਵੀ ਤੈਨੂੰ ਕੋਈ ਵੀ ਅਟਕਣ ਨਹੀਂ ਪਏਗੀ। ਹਾਂਜੀ, ਕਿਸੇ ਵੀ ਗੱਲ ਵਿੱਚ ਕੋਈ ਰੋਕ ਟੋਕ ਨਹੀਂ ਹੋਏਗੀ। ਤੇਰਾ ਪ੍ਰਭਾਵ ਸਾਰਿਆਂ ਤੇ ਹੀ ਛਾ ਜਾਏਗਾ ਜੀ। ਹਾਂਜੀ, ਬਾਬਾ ਬਿਧੀ ਚੰਦ ਸਾਹਿਬ ਜੀ ਤੁਰ ਪਏ। ਉਧਰੋਂ ਰਾਏ ਜੋਧ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਕਾਂਗੜਪੁਰ ਚੱਲੋ ਮਹਾਰਾਜ, ਉੱਥੇ ਦਰਸ਼ਨ ਦਿਓ ਸੰਗਤਾਂ ਨੂੰ। 3 ਕੋਹ ਦੀ ਦੂਰੀ ਤੇ ਕਾਂਗੜਪੁਰ ਸੀਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਜਾਣ ਦੀ ਤਿਆਰੀ ਕੀਤੀ। ਸਾਧੂ ਜੀ ਤੇ ਰੂਪਾ ਜੀ ਨੇ ਗਲ 'ਚ ਪੱਲਾ ਪਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ, ਅਸੀਂ ਵਿਛੋੜਾ ਨਹੀਂ ਸਹਿ ਸਕਦੇ, ਅਸੀਂ ਤੁਹਾਡੇ ਨਾਲ ਹੀ ਜਾਵਾਂਗੇ। ਮਹਾਰਾਜ ਜੀ ਕਹਿੰਦੇ ਭਾਈ ਸਰੀਰ ਨਾਲ ਜੇ ਪਿਆਰ ਕਰੋਗੇ ਤੇ ਕਦੀ ਨਾ ਕਦੀ ਤੇ ਵਿਛੜੋਗੇ ਹੀ। ਕਹਿਣ ਲੱਗੇ ਕਿਉਂ? ਸਰੀਰ ਸਦਾ ਨਹੀਂ ਰਹਿਣ ਵਾਲਾ, ਸ਼ਬਦ ਨਾਲ ਮਿਲਾਪ ਕਰੋ, ਅਸੀਂ ਤੁਹਾਡੇ ਨਾਲ ਹੀ ਆ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤੇ ਅੱਜ ਵੀ ਜਿਹੜਾ ਗੁਰੂ ਕਾ ਸਿੱਖ ਸ਼ਬਦ ਦੀ ਕਮਾਈ ਕਰਦਾ ਹੈ, ਪਿਆਰ ਨਾਲ ਗੁਰਬਾਣੀ ਪੜ੍ਹਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ, ਸਤਿਗੁਰੂ ਜੀ ਉਹਦੇ ਅੰਗ ਸੰਗ ਨੇ ਜੀ। ਹਾਂਜੀ, ਮਹਾਰਾਜ ਅੱਜ ਵੀ ਕਿਰਪਾ ਕਰ ਰਹੇ ਜੀ। ਮਹਾਰਾਜ ਕਹਿਣ ਲੱਗੇ ਅਸੀਂ ਅੰਗ ਸੰਗ ਹੀ ਆ, ਲੰਗਰ ਚਲਾਓ। ਉਹ ਫਿਰ ਆਪਣੇ ਨਗਰ 'ਚ ਰਹਿ ਗਏ। ਹਜ਼ੂਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਗੋਂ ਫਿਰ ਕਾਂਗੜਪੁਰ ਗਏ ਜੀ। ਕਾਂਗੜਪੁਰ ਵਿੱਚ ਰਾਣੀ ਨੇ ਸੱਚੇ ਪਾਤਸ਼ਾਹ ਦਾ ਬੜਾ ਸਤਿਕਾਰ ਕੀਤਾ ਜੀ। ਰਾਣੀ ਬੜੀਆਂ ਬੜੀਆਂ ਭੇਟਾਵਾਂ ਲੈ ਕੇ ਹਜ਼ੂਰ ਸੱਚੇ ਪਾਤਸ਼ਾਹ ਕੋਲ ਆਈ। ਮਹਾਰਾਜ ਕਾਂਗੜਪੁਰ ਨੇ ਅੱਜ ਕੱਲ੍ਹ ਤੇ ਬਿਧੀ ਚੰਦ ਜੀ ਦਾ ਇੰਤਜ਼ਾਰ ਕਰਦੇ ਵੀ ਬਿਧੀ ਚੰਦ ਨੇ ਕਦੋਂ ਆਉਣਾ ਜੀ। ਭਾਵੇਂ ਪਤਾ ਸਾਰਾ ਕੁਝ ਹੈ, ਰਾਜੇ ਨੂੰ ਇਸ ਤਰ੍ਹਾਂ ਸੱਚੇ ਪਾਤਸ਼ਾਹ ਉਤਸ਼ਾਹਿਤ ਕਰਨ ਦੇ ਵੀ ਰਾਜੇ ਰਾਏ ਜੋਧ ਤਿਆਰ ਹੋ ਜਾਓ। ਕਹਿਣ ਲੱਗੇ ਬਿਧੀ ਚੰਦ ਨੇ ਇਧਰੋਂ ਘੋੜੇ ਲੈ ਕੇ ਆਉਣਾ, ਉਧਰੋਂ ਜੰਗ ਦੀ ਤਿਆਰੀ ਕਰੋ। ਕਹਿਣ ਲੱਗੇ ਕਿਉਂ? ਗੁਰੂ ਸਾਹਿਬ ਨੂੰ ਪਤਾ ਸੀ ਸਾਰੀਆਂ ਗੱਲਾਂ ਦਾ ਜੀ। ਹਾਂਜੀ, ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਹੁਣ 3 ਦਿਨ ਲੱਗੇ ਬਾਬਾ ਬਿਧੀ ਚੰਦ ਜੀ ਨੂੰ ਲਾਹੌਰ ਜਾਣ ਲੱਗਿਆ ਜੀ। ਹਾਂਜੀ, ਰਸਤੇ 'ਚ ਪੜਾਅ ਕਰਦੇ ਕਰਦੇ ਬਾਬਾ ਜੀ ਲਾਹੌਰ ਗਏ ਜੀ। ਉੱਥੇ ਜਾ ਕੇ ਲਾਹੌਰ ਦੀ ਨੂੰ ਐਂਟਰ ਹੋਣ ਲੱਗਿਆ ਦਸਾਂ ਵਾਹਿਗੁਰੂ। ਉਸ ਸਮੇਂ 6 ਗੁਰੂ ਸਾਹਿਬ ਸਨ ਜੀ। ਹਾਂਜੀ, 6 ਸੱਚੇ ਪਾਤਸ਼ਾਹੀਆਂ ਦਾ ਨਾਮ ਲੈ ਕੇ ਅਰਦਾਸ ਕੀਤੀ, ਮਹਾਰਾਜ ਮੇਰੇ ਅੰਗ ਸੰਗ ਰਹਿਣਾ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਮੇਰੇ ਅੰਗ ਸੰਗ ਰਿਓ, ਦਇਆ ਕਰਿਓ, ਮਿਹਰ ਕਰਿਓ। ਤੇ ਗਏ ਉੱਥੇ ਧਰਮਸ਼ਾਲਾ ਵਿੱਚ ਟਿਕਾਣਾ ਕੀਤਾ ਜੀ ਬਾਬਾ ਜੀ ਨੇ। ਤੇ ਲਾਗੇ ਇੱਕ ਸਿੱਖ ਦਾ ਘਰ ਸੀ ਜਿਹਦਾ ਨਾਮ ਸੀ ਭਾਈ ਬਹੋੜਾ ਜੀ। ਭਾਈ ਬਹੋੜਾ ਜੀ ਬਜਾਜੀ ਦਾ ਕੰਮ ਕਰਦੇ ਸੀਗੇ ਜੀ। ਉਹਨਾਂ ਨੂੰ ਫਿਰ ਬਾਬਾ ਬਿਧੀ ਚੰਦ ਜੀ ਨੇ ਇਹ ਗੱਲ ਕਹੀ ਵੀ ਮੈਨੂੰ ਵਧੀਆ ਕੱਪੜੇ ਬਣਾ ਕੇ ਦਿਓ, ਨਜੂਮੀਆਂ ਵਾਲੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਜਾਦੂਗਰਾਂ ਵਾਲੇ ਨਜੂਮੀ ਜਿਹੜੇ ਪੁੱਛਾਂ ਦਿੰਦੇ ਜੀ। ਹਾਂਜੀ, ਜਿਵੇਂ ਜੋਤਸ਼ੀ ਹੁੰਦੇ ਨਾ ਜੀ, ਉਵੇਂ ਨਜੂਮੀ ਹੁੰਦੇ ਜੀ। ਨਜੂਮੀ ਜਿਹੜੇ ਗਵਾਚੀ ਚੀਜ਼ ਦਾ ਦੱਸ ਦਿੰਦੇ ਵਿਦਿਆ ਦੇ ਅਨੁਸਾਰ ਜੀ। ਹਾਂਜੀ, ਉਹਨਾਂ ਦੇ ਕੱਪੜੇ ਮੈਨੂੰ ਬਣਾ ਕੇ ਦਿਓ। ਹੁਣ ਭਾਈ ਬਹੋੜਾ ਜੀ ਫਿਰ ਉਹ ਕੱਪੜੇ ਬਣਾ ਕੇ ਦਿੰਦੇ ਜੀ ਉਹਨਾਂ ਨੂੰ। ਹਾਂਜੀ, ਤੇ ਬਾਬਾ ਬਿਧੀ ਚੰਦ ਸਾਹਿਬ ਜਦੋਂ ਗਏ ਨਾ ਜੀ ਲਾਹੌਰ ਵਿੱਚ, ਤੇ ਉੱਥੇ ਅਨਾਊਂਸਮੈਂਟਾਂ ਹੁੰਦੀਆਂ ਸਨ ਜੀ। ਪਹਿਲੇ ਸਮੇਂ ਅਨਾਊਂਸਮੈਂਟਾਂ ਕਿਵੇਂ ਹੁੰਦੀਆਂ? ਰੁੱਖ ਦੇ ਹੇਠਾਂ ਢੋਲ ਲੈ ਕੇ ਬੰਦਾ ਖਲੋ ਜਾਂਦਾ ਸੀ, ਸਾਰੀ ਦੁਨੀਆ ਇਕੱਠੀ ਹੁੰਦੀ ਸੀ। ਤੇ ਫਿਰ ਉਹ ਅਨਾਊਂਸਮੈਂਟ ਢੰਡੋਰਾ ਇਹ ਪਟਵਾਇਆ ਗਿਆ ਵੀ ਬਾਦਸ਼ਾਹ ਦਾ ਘੋੜਾ ਗਿਆ ਗਵਾਚ
ਜੇ ਕੋਈ ਬੰਦਾ ਲੱਭਣ ਵਿੱਚ ਸਹਾਇਤਾ ਕਰੇਗਾ ਤੇ ਬਾਦਸ਼ਾਹ ਨੂੰ ਇਨਾਮ ਦੇਏਗਾ ਜੀ। ਹਾਂਜੀ, ਬਾਬਾ ਬਿਧੀ ਚੰਦ ਜੀ ਨੂੰ ਸਾਰੀਆਂ ਗੱਲਾਂ ਦਾ ਪਤਾ ਸੀ। ਗੁਰਮੁਖੋ, ਗੁਰੂ ਸਾਹਿਬ ਨੇ ਆਖਿਆ ਸੀ, ਬਿਧੀ ਚੰਦ ਜੀ ਜੋ ਕਰਨਾ ਕਰਿਓ, ਇਹ ਤੁਹਾਡਾ ਪ੍ਰਭਾਵ ਇਹਨਾਂ ਦੀ ਮੱਤ ਉੱਤੇ ਛਾ ਜਾਏਗਾ ਜੀ। ਹਾਂਜੀ, ਉਹ ਹੁਣ ਬਚਨ ਵੇਖਿਓ ਗੁਰੂ ਸਾਹਿਬ ਦੇ ਕਿਵੇਂ ਵਰਤਨੇ। ਥੋੜੇ ਦਿਨ ਪਹਿਲਾਂ ਇਹੋ ਹੀ ਘੋੜਾ ਲੈ ਕੇ ਗਏ ਜੀ, ਹੁਣ ਮੁੜ ਆ ਗਏ ਜੀ। ਤੇ ਜਦੋਂ ਲਾਹੌਰ ਵਿੱਚ ਐਂਟਰ ਹੋਣ ਲੱਗੇ ਨਾ ਜੀ, ਉਦੋਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਛੇਤੀ ਛੇਤੀ ਤੁਹਾਡੇ ਕੋਲ ਵਾਪਸ ਜਾਵਾਂ ਮਹਾਰਾਜ, ਬਹੁਤਾ ਸਮਾਂ ਨਾ ਲੱਗੇ। ਹੁਣ ਗੁਰੂ ਸਾਹਿਬ ਨੇ ਕਿਰਪਾ ਕਰਕੇ, ਦਇਆ ਕਰਕੇ ਕਲਾ ਹੀ ਐਸੀ ਗੁਰੂ ਹਰਗੋਬਿੰਦ ਸਾਹਿਬ ਨੇ ਵਰਤਾ ਦਿੱਤੀ ਜੀ। ਅੱਗੋਂ ਸੁਣੋ, ਕੱਪੜੇ ਤਿਆਰ ਹੋ ਕੇ ਆ ਰਹੇ ਜੀ, ਬਾਬਾ ਜੀ ਆਪਣਾ ਰੂਪ ਬਦਲ ਰਹੇ ਜੀ ਹੁਣ ਜੀ। ਹਾਂਜੀ, ਉਹ ਪ੍ਰਸੰਗ ਬੜੇ ਪ੍ਰੇਮ ਨਾਲ ਸੁਣੋ। ਬਾਬਾ ਜੀ ਲਾਗੇ ਧਰਮਸ਼ਾਲਾ ਵਿੱਚ ਚਲੇ ਗਏ ਸਨ ਜੀ। ਭਾਈ ਬਹੋੜਾ ਜੀ ਕੱਪੜੇ ਤਿਆਰ ਕਰਕੇ ਲੈ ਕੇ ਆਏ। ਹੁਣ ਸੁਣੋ, ਪਹਿਨ ਕੇ ਕਿਵੇਂ ਲਾਹੌਰ ਦੇ ਬਾਜ਼ਾਰਾਂ ਵਿੱਚ ਤੁਰਨਾ ਤੇ ਕਿਵੇਂ ਘੋੜੇ ਤੱਕ ਪਹੁੰਚਣਾ, ਇਹ ਪ੍ਰਸੰਗ ਆਪਾਂ ਬੜੇ ਪ੍ਰੇਮ ਨਾਲ ਸੁਣੀਏ। ਸਾਰੀ ਸੰਗਤ ਬੜੇ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਸਭ ਸਿੱਖ ਸੰਗਤਾਂ ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਨ ਬਹਰੇ ਧਰੀ ਅਗਾਰੀ। ਭਾਈ ਬਹੋੜਾ ਜੀ ਨੇ ਜਿਹੜੀਆਂ ਜਿਹੜੀਆਂ ਵਸਤੂਆਂ ਬਾਬਾ ਬਿਧੀ ਚੰਦ ਜੀ ਨੇ ਆਖੀਆਂ ਨਾ ਵੀ ਤਿਆਰ ਕਰਦੇ, 3 ਝੱਗੇ ਤਿਆਰ ਕਰਵਾਏ ਸੀਗੇ ਜੀ। ਉੱਪਰਲੇ ਕੁੜਤੇ, ਇੱਕ ਵੱਡਾ, ਇੱਕ ਉਹ ਤੋਂ ਛੋਟਾ, ਇੱਕ ਉਹ ਤੋਂ ਛੋਟਾ ਜੀ। ਫਿਰ ਇੱਕ ਪਜਾਮਾ, ਇੱਕ ਲੱਕੀ ਜੁੱਤੀ ਤਿਆਰ ਕਰਾਈ ਜੀ ਉਹਨਾਂ ਨੇ ਜੀ। ਹਾਂਜੀ, ਜਿਹਦੀ ਅੱਡੀ ਨਾ ਹੋਵੇ ਤੇ ਅੱਗੋਂ ਨੋਕ ਵਾਲੀ ਹੋਵੇ ਜੀ। ਹਾਂਜੀ, ਇੱਕ ਉਹ ਜੋੜਾ ਤਿਆਰ ਕਰਵਾਇਆ ਜੀ। ਤੇ ਇਹ ਸਾਰਾ ਕੁਝ ਤਿਆਰ ਕਰਾਇਆ। ਭਾਈ ਬਹੋੜਾ ਜੀ ਚੁੱਪ ਕਰਕੇ ਲਿਆ ਕੇ ਅੱਗੇ ਰੱਖ ਦਿੱਤਾ ਜੀ ਉਹਨਾਂ ਨੇ। ਹਾਂਜੀ, ਪਿੱਖ ਪ੍ਰਸੰਨ ਹੈ ਖੁਸ਼ੀ ਉਚਾਰੀ। ਜਦੋਂ ਸਾਰੀਆਂ ਵਸਤੂਆਂ ਬਾਬਾ ਜੀ ਦੇ ਅੱਗੇ ਲਿਆ ਰੱਖੀਆਂ ਨਾ ਜੀ, ਤੇ ਬਾਬਾ ਬਿਧੀ ਚੰਦ ਜੀ ਭਾਈ ਬਹੋੜਾ ਜੀ ਉੱਤੇ ਬੜੇ ਖੁਸ਼ ਹੋਏ ਜੀ। ਹਾਂਜੀ, ਸਿੱਖਨ ਕੀ ਸੇਵਾ ਸਿੱਖ ਕਰੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਹੁਣ ਵੇਖੋ ਬਾਬਾ ਜੀ ਦਾ ਬਚਨ ਕਿੰਨਾ ਉੱਚਾ ਜੀ। ਅੱਜ ਬਹੁਤ ਘੱਟ ਗੁਰੂ ਕੇ ਪਿਆਰੇ ਇਸ ਬਚਨ ਤੇ ਪਹਿਰਾ ਦੇਣ ਵਾਲੇ ਜੀ। ਬਾਬਾ ਜੀ ਕਹਿਣ ਲੱਗੇ, ਬਹੋੜਿਆ ਸਤਿਗੁਰੂ ਤੇਰੇ ਤੇ ਖੁਸ਼ ਹੋਣ, ਕਿਉਂ? ਸਿੱਖਾਂ ਦੀ ਸੇਵਾ ਸਿੱਖ ਨਹੀਂ ਕਰਨੀ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਹੁਣ ਇਹਨਾਂ ਤੋਂ ਸਿੱਖਿਆ ਲੈਣੀ ਦੀ ਆਪਾਂ ਜੀ। ਗੁਰੂ ਕਾ ਸਿੱਖ ਹੋਵੇ ਤੇ ਗੁਰੂ ਕੇ ਸਿੱਖ ਨਹੀਂ ਉਹਦੀ ਸੇਵਾ ਕਰਨੀ ਨਾ ਜੀ। ਹਾਂਜੀ, ਤੇ ਇਸ ਤਰ੍ਹਾਂ ਦਾ ਕੋਈ ਵੇਖ ਲਓ ਕਿੰਨਾ ਪਿਆਰ ਸੀਗਾ ਜੀ। ਹਾਂਜੀ, ਤੇ ਆਪਾਂ ਅੱਜ ਵਾਲਾ ਸਾਹਿਬ ਵੇਖ ਲਈਏ ਤੇ ਉਹ ਵੀ ਪਤਾ ਜੀ ਸਾਨੂੰ ਜੀ। ਹਾਂਜੀ, ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ ਸਿੱਖਾਂ ਦੀ ਸੇਵਾ ਸਿੱਖ ਹੀ ਕਰਦੇ ਹੁੰਦੇ, ਕਹਿਣ ਲੱਗੇ। ਹਾਂਜੀ, ਨਿਜ ਤੇ ਵੱਧ ਗੁਰ ਲੇਖੈ ਧਰੇ। ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਕਹਿਣ ਲੱਗੇ, ਜਦੋਂ ਕੋਈ ਸਿੱਖ ਦੂਸਰੇ ਸਿੱਖ ਦੀ ਸਹਾਇਤਾ ਕਰਦਾ ਹੈ ਤੇ ਸੱਚੇ ਪਾਤਸ਼ਾਹ ਉਹਦੇ ਤੇ ਜ਼ਿਆਦਾ ਖੁਸ਼ ਹੁੰਦੇ ਜੀ। ਇਹ ਬਾਬਾ ਬਿਧੀ ਚੰਦ ਜੀ ਦੇ ਬਚਨ ਨੇ, ਜਿਹੜੇ ਉਹਨਾਂ ਨੇ ਭਾਈ ਬਹੋੜਾ ਜੀ ਨੂੰ ਆਖੇ ਜੀ। ਹੁਣ ਆਪਾਂ ਵੀ ਪ੍ਰਣ ਕਰੀਏ, ਜਿੰਨੀ ਕੁ ਹੋ ਸਕਦੀ ਓਨੀ ਕੁ ਤੇ ਮਦਦ ਕਰੀਏ ਨਾ ਜੀ। ਹਾਂਜੀ, ਜਿੰਨੀ ਕੁ ਹੋ ਸਕਦੀ ਓਨੀ ਕੁ ਤੂੰ ਸਹਾਇਤਾ ਕਰੀਏ ਜੀ। ਹਾਂਜੀ, ਕਹਿਣ ਲੱਗੇ, ਜਦੋਂ ਕੋਈ ਸਿੱਖ ਕਿਸੇ ਸਿੱਖ ਦੀ ਮਦਦ ਕਰਦਾ, ਸਹਾਇਤਾ ਕਰਦਾ, ਸੇਵਾ ਕਰਦਾ ਤੇ ਸੱਚੇ ਪਾਤਸ਼ਾਹ ਉਹਦੇ ਤੇ ਬਹੁਤ ਖੁਸ਼ ਹੁੰਦੇ ਜੀ। ਹਾਂਜੀ, ਮੇਰੋ ਜਾਨ ਮਾਨ ਇਨਕੀਨ। ਤੇ ਤੁਸੀਂ ਮੇਰਾ ਮਾਣ ਕੀਤਾ ਭਾਈ, ਮੇਰੀ ਗੱਲ ਮੰਨੀ ਹੈ ਤੇ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ। ਬਾਬਾ ਜੀ ਨੇ ਉੱਥੇ ਖਲੋ ਕੇ ਹੱਥ ਜੋੜ ਕੇ ਉਹਦੀ ਅਰਦਾਸ ਕੀਤੀ ਜੀ ਭਾਈ ਬਹੋੜਾ ਜੀ ਦੀ। ਹਾਂਜੀ, ਪਿਖ ਹੈ ਭਾਉ ਹੋਏ ਗੁਰੂ ਪਰਸੀਨ। ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਸਿੱਖ ਤੇ ਪ੍ਰਸੰਨਤਾ ਧਾਰਨ ਕਰਕੇ ਰੱਖਿਓ, ਇਸ ਸਿੱਖ ਤੇ ਮਿਹਰਾਂ ਕਰਿਓ।
ਮਹਾਰਾਜ ਇਹਨੇ ਲੋੜੀਂਦੀਆਂ ਵਸਤੂਆਂ ਮੈਨੂੰ ਲਿਆ ਕੇ ਦਿੱਤੀਆਂ ਨੇ। ਹਾਂਜੀ ਸੁੰਦਰ ਇੱਕ ਗੁੱਛਾ ਸਗਰੀਨ, ਹਾਂਜੀ ਦੇਹੋ ਕਰਵਾਏ ਲੋਹਾਰ ਪਰਬੀਨ। ਤੇ ਬਾਬਾ ਜੀ ਹੁਣ ਬਾਬਾ ਬਿਧੀ ਚੰਦ ਜੀ ਭਾਈ ਬਹੋੜਾ ਜੀ ਨੂੰ ਕਹਿਣ ਲੱਗੇ ਇੱਕ ਸੰਗਲੀਆਂ ਦਾ ਸੋਹਣਾ ਗੁੱਛਾ ਵੀ ਲਿਆ ਕੇ ਦੇ ਮੈਨੂੰ। ਕਹਿਣ ਲੱਗੇ ਕਿਤੋਂ ਕਢਵਾ ਕੇ ਦੇ ਮੈਨੂੰ, ਉਹਦੀ ਵੀ ਜ਼ਰੂਰਤ ਹੈ। ਹਾਂਜੀ ਪ੍ਰਾਤ ਭਏ ਮੁਝ ਪਾਸ ਬਿਠਾਵੋ, ਦਿਨ ਚੜਨ ਤੱਕ ਕਿਸੇ ਪ੍ਰਕਾਰ ਦੇ ਨਾਲ ਮੈਨੂੰ ਵਧੀਆ ਮਜ਼ਬੂਤ ਲੋਹੇ ਦੀਆਂ ਸੰਗਲੀਆਂ ਦਾ ਗੁੱਛਾ ਲਿਆ ਕੇ ਦੇ ਦੇਖ। ਹਾਂਜੀ ਅਪਰ ਭੇਵ ਨਹਿ ਕਿਸ ਸੁਨਾਵੋ। ਪਰ ਇੱਕ ਗੱਲ ਦਾ ਚੇਤਾ ਰੱਖੀ, ਇਹ ਬਸਤਰ ਪਾ ਕੇ ਮੈਂ ਲਾਹੌਰ 'ਚ ਹੀ ਘੁੰਮਣਾ। ਕਹਿਣ ਲੱਗੇ ਇਸ ਗੱਲ ਦਾ ਭੇਦ ਨਹੀਂ ਕਿਸੇ ਨੂੰ ਦੱਸਣਾ ਵੀ ਬਸਤਰ ਤੂੰ ਬਣਵਾ ਕੇ ਦਿੱਤੇ। ਜਿਹਦੇ ਕੋਲੋਂ ਬਣਵਾਏ ਉਹਨੂੰ ਵੀ ਦੱਸ ਦੇਣਾ, ਨਾ ਹੀ ਸੰਗਲੀਆਂ ਦਾ ਭੇਦ ਕਿਸੇ ਨੂੰ ਦੇਣਾ। ਹਾਂਜੀ ਇਮ ਕਹੈ ਪੋਸ਼ਿਸ਼ ਲੀਨ ਬਿਸਾਲਾ, ਹਾਂਜੀ ਤਿਮਰ ਭਏ ਆਇਓ ਧਰਮਸਾਲਾ। ਤੇ ਗੁਰਮੁਖੋ ਇਸ ਤਰੀਕੇ ਨਾਲ ਪੁਸ਼ਾਕ ਲੈ ਲਈ ਤੇ ਬਾਬਾ ਜੀ ਹੁਣ ਧਰਮਸ਼ਾਲਾ 'ਚ ਬਹਿ ਗਏ ਜੀ ਤਿਆਰੀ ਕਰਨ ਵਾਸਤੇ। ਹਾਂਜੀ ਸੁਪਤ ਹੋਏ ਕਰ ਨਿਸਾ ਬਿਤਾਈ, ਸੌਚ ਇਸ਼ਨਾਨ ਕੀਨ ਸਹਸਾਈ। ਰਾਤ ਤੇ ਬਾਬਾ ਜੀ ਨੇ ਸੁੱਖ ਲੈ ਕੇ ਬਤੀਤ ਕੀਤੀ ਜੀ, ਕੁਝ ਸਮਾਂ ਆਰਾਮ ਕੀਤਾ ਜੀ। ਸਵੇਰੇ ਫਿਰ ਸੋਚ ਇਸ਼ਨਾਨ ਕਰਕੇ ਹੁਣ ਬਾਬਾ ਜੀ ਨੇ ਭੇਸ ਵਟਾਉਣਾ ਜੀ ਆਪਣਾ ਜੀ। ਹਾਂਜੀ ਆਨ ਆਪਣਾ ਭੇਸ ਬਨਾਇਓ, ਚਾਰ ਚਿਕਰ ਚੌਪਰ ਚਮਕਾਇਓ। ਤੇ ਗੱਜ ਕੇ ਆਖੋ ਵਾਹਿਗੁਰੂ। ਕੇਸਾਂ ਨੂੰ ਚੰਗੀ ਤਰ੍ਹਾਂ ਸਵਾਰ ਲਿਆ ਤੇ ਐ ਤੇਲ ਮਲ ਕੇ ਨਾ ਜੀ ਉਹਨਾਂ ਨੂੰ ਚਪਕਾ ਲਿਆ ਜੀ ਸੀਸ ਤੇ ਜੀ। ਹਾਂਜੀ ਕੇਸਾਂ ਨੂੰ ਬਾਬਾ ਜੀ ਨੇ ਇਸ਼ਨਾਨ ਕਰਕੇ ਕੇਸਾਂ ਨੂੰ ਐ ਚਿਪਕਾ ਲਿਆ ਆਪਣੇ ਸੀਸ ਤੇ ਚੰਗੀ ਤਰ੍ਹਾਂ। ਹਾਂਜੀ ਸਾਫ ਸ਼ਿਮਸ਼ ਕੇ ਕਰ ਵਿੱਚ ਚੀਰੇ। ਤੇ ਗੁਰਮੁਖੋ ਦਾੜਾ ਸਾਫ਼ ਕੀਤਾ ਬਾਬਾ ਜੀ ਨੇ ਜੀ ਆਪਣਾ, ਤੇ ਦਾੜਾ ਸਾਫ਼ ਕਰਕੇ ਐ ਵਿੱਚੋਂ ਚੀਰ ਕੱਢ ਲਿਆ ਜੀ ਦਾੜੇ ਤੇ, ਵਿੱਚੋਂ ਚੀਰ ਕੱਢ ਕੇ। ਹਾਂਜੀ ਦੇਸ਼ ਦੋਨੋਂ ਕਰਨਤ ਉਚੀਰੇ। ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ ਬਾਬਾ ਜੀ ਨੇ ਵਿੱਚੋਂ ਦਾੜਾ ਚੀਰ ਕੇ ਤੇ ਇਸ ਤਰ੍ਹਾਂ ਤਾਂ ਕਰਕੇ ਉੱਪਰ ਨੂੰ ਮਿਲਾ ਲਿਆ ਜੀ। ਹਾਂਜੀ ਜਿਵੇਂ ਤੁਸੀਂ ਵੇਖਦੇ ਹੁੰਦੇ ਹੋ ਇਹੋ ਜਿਹੇ ਭੇਸ ਬਣੇ ਹੁੰਦੇ ਜੀ, ਵਿੱਚੋਂ ਦਾੜਾ ਚੀਰਿਆ ਹੁੰਦਾ ਜੀ ਤੇ ਇਧਰੋਂ ਕੁੰਡਲ ਜੇ ਬਣਾਏ ਹੁੰਦੇ ਜੀ, ਆਪਸ ਚ ਮਿਲਾਇਆ ਹੁੰਦਾ ਜੀ ਦਾੜਾ ਜੀ। ਹਾਂਜੀ ਚਿਬੁਕ ਸਥਲ ਕੋ ਕਾਢ ਦਿਖਾਵਾ। ਤੇ ਐ ਬਾਬਾ ਜੀ ਇਧਰੋਂ ਦਾੜਾ ਚੀਰ ਕੇ ਤੇ ਵਿੱਚ ਘਰੋਂ ਠੋਡੀ ਵਿਖਾ ਰਹੇ। ਗੱਜ ਕੇ ਆਖੋ ਵਾਹਿਗੁਰੂ। ਭੇਖ ਪੂਰਾ ਬਣਾ ਲਿਆ ਜੀ ਉਹ ਜਿਹੋ ਜਿਹੇ ਦੀ ਪਛਾਣ ਨਾ ਆਵੇ ਇਹਨਾਂ ਨੂੰ ਜੀ। ਹਾਂਜੀ ਜੁਗ ਮੂਛਨ ਕਰ ਊਚ ਮਿਲਾਵਾ। ਤੇ ਮੁੱਛਾਂ ਦੋਵੇਂ ਬਾਬਾ ਜੀ ਨੇ ਟੁੰਡੀਆਂ ਕਰਕੇ ਤਾਂ ਨੂੰ ਮਿਲਾ ਲਈਆਂ ਜੀ। ਹਾਂਜੀ ਮੁੱਛਾਂ ਦੋਵੇਂ ਕੁੰਡੀਆਂ ਕਰ ਲੀਆਂ ਜੀ, ਦੋਵੇਂ ਚੁੱਕ ਲੀਆਂ ਤਾਂ ਨੂੰ ਤੇ ਮਿਲਾ ਲੀਆਂ ਆਪਸ ਵਿੱਚ। ਬੜਾ ਵਧੀਆ ਰੂਪ ਬਾਬਾ ਜੀ ਨੇ ਬਣਾਇਆ ਵੀ ਕੋਈ ਪਛਾਣ ਨਾ ਸਕੇ ਜੀ। ਹਾਂਜੀ ਪੂਰਬ ਪਹਿਰ ਪਿਰਾਹਨ ਨੀਵਾ। ਸਭ ਤੋਂ ਪਹਿਲਾਂ ਤੇ ਬਾਬਾ ਜੀ ਨੇ ਵੱਡਾ ਚੋਲਾ ਪਾਇਆ ਜੀ, ਜਿਹੜਾ ਪੋਸ਼ਾਕਾ ਵੱਡਾ ਬਣਵਾਇਆ ਸੀ ਨਾ ਜੀ, ਪਹਿਲਾਂ ਉਹ ਪਾਇਆ ਜੀ। ਵੈ ਗਿੱਟਿਆਂ ਤੱਕ ਲੰਮਾ ਸੀਗਾ ਜੀ, ਉਹ ਗੋਡਿਆਂ ਤੋਂ ਠਾਂ ਸੀਗਾ ਜੀ। ਗਿੱਟਿਆਂ ਤੋਂ ਥੋੜਾ ਜਿਹਾ ਤਾਂ ਤੇ ਗੋਡਿਆਂ ਤੋਂ ਠਾਂ ਜੀ, ਵਿੱਚ ਘਰ ਸੀਗਾ ਜੀ। ਹਾਂਜੀ ਬਾਹਰ ਦੂਸਰੇ ਪਹਿਰ ਉਚੀਵਾ। ਫਿਰ ਉਰ ਤੋਂ ਥੋੜਾ ਜਿਹਾ ਉੱਚਾ ਵੀ ਸਵਾਇਆ ਸੀ, ਫਿਰ ਉਹ ਪਾ ਲਿਆ ਜੀ ਉੱਤੇ। ਹਾਂਜੀ ਅਲਪ ਸਭਨ ਕੇ ਉੱਪਰ ਪਾਏ। ਤੇ ਜਿਹੜਾ ਛੋਟਾ ਸੀ ਉਹ ਬਾਬਾ ਜੀ ਨੇ ਸਭ ਤੋਂ ਉੱਤੇ ਪਾ ਲਿਆ ਜੀ। ਹਾਂਜੀ ਹੁਣ ਦਾੜੀ ਵਿੱਚੋਂ ਚੀਰੀ ਹੈ ਜੀ, ਇਸ ਤਰ੍ਹਾਂ ਕੇਸਾਂ ਨੂੰ ਐ ਚੋਪੜ ਕੇ ਨਾਲ ਲਾਇਆ ਪਿਆ, ਮੁੱਛਾਂ ਇਸ ਤਰ੍ਹਾਂ ਤਾਂ ਨੂੰ ਕਰਦੀਆਂ ਤੇ ਬੜਾ ਵੱਖਰਾ ਜਿਹਾ ਭੇਸ ਬਣਾ ਲਿਆ ਜੀ। ਹਾਂਜੀ ਉਤਰੋਤਰ ਤਬ ਤੀਨ ਬਤਾਏ। ਹਾਂਜੀ ਚੌੜੀ ਤਰਾ ਬੰਦ ਦਸਤਾਰ। ਤੇ ਚੌੜੀ ਪੱਗ ਬੰਨ ਲਈ ਜੀ, ਚੌੜੀ ਜੀ ਚੌੜੀ ਪੱਗ ਬੰਨ ਲਈ ਬਾਬਾ ਜੀ ਨੇ ਸੀਸ ਤੇ। ਹਾਂਜੀ ਸਿਪਰ ਸਮਾਨ ਸੋ ਕੀਨ ਆਕਾਰ। ਤੇ ਢਾਲ ਵਾਂਗੂ ਬੰਨ ਲਈ ਜੀ, ਢਾਲ ਵਾਂਗੂ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਢਾਲ ਹੁੰਦੀ ਨਾ ਜੀ ਚੌੜੀ ਆਸੇ ਪਾਸੇ, ਉਵੇਂ ਚੌੜੀ ਦਸਤਾਰ ਬੰਨੀ ਬਾਬਾ ਜੀ ਨੇ। ਪੂਰਾ ਪੂਰਾ ਭੇਸ ਵਟਾ ਲਿਆ ਜੀ ਆਪਣਾ। ਹਾਂਜੀ ਪਾਇਨ ਪਰਮ ਪਜਾਮਾ ਪਾਇਓ। ਤੇ ਫਿਰ ਪਜਾਮਾ ਵੀ ਪਾ ਲਿਆ ਜੀ। ਹਾਂਜੀ ਬੰਦ ਇਜ਼ਾਰ ਬੰਦ ਦਿਖਰਾਇਓ। ਤੇ ਗੁਰਮੁਖੋ ਐ ਪਤਾ ਲੱਗੇ ਵੀ ਪਜਾਮਾ ਵੀ ਪਾਇਆ ਹੋਇਆ, ਵਿਖਾ ਕੇ ਚੰਗੀ ਤਰ੍ਹਾਂ ਬਾਬਾ ਜੀ ਨੇ ਐ ਪਜਾਮਾ ਵੀ ਕੱਸ ਲਿਆ ਜੀ ਆਪਣਾ। ਹਾਂਜੀ ਜੋੜਾ ਨੋਕਦਾਰ ਪੱਗ ਪਹਿਰਾ। ਤੇ ਲੱਕੀ ਜੁੱਤੀ ਪਾ ਲਈ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹਦੀ ਪਿੱਛੇ ਅੱਡੀ ਨਹੀਂ ਸੀ ਹੈਗੀ ਜੀ,
ਤੇ ਅੱਗੋਂ ਤਿੱਖਾ ਹੈਗਾ ਜੀ, ਤਕਰੀਬਨ ਉਹੋ ਜਿਹਾ ਹੀ ਆਕਾਰ ਹੋਏਗਾ ਜੀ। ਹਾਂਜੀ, ਉਹ ਵੀ ਪਾਲੀ ਬਾਬਾ ਜੀ ਨੇ। ਹਾਂਜੀ, ਹਿੰਦੁਸਤਾਨੀ ਬਨ ਕੇ ਗਹਿਰਾ, ਇਸ ਤਰੀਕੇ ਨਾਲ ਗਹਿਰਾ ਜਿਹਾ ਭੇਸ ਬਣਾ ਕੇ ਬਾਬਾ ਜੀ ਪੂਰੀਆਂ ਤਿਆਰੀਆਂ ਚ ਬਹਿ ਗਏ ਜੀ। ਹਾਂਜੀ, ਬੈਠਿਓ ਹੁਤੋ ਸੰਗਰੀ ਆਈ, ਤੇ ਹੁਣ ਸੰਗਲੀਆਂ ਦੀ ਉਡੀਕ ਕਰਨ ਦੇ ਵੀ ਉਹ ਕਦੋਂ ਆਉਣ। ਉਹਨਾਂ ਚਿਰ ਨੂੰ ਦਿਨ ਚੜੇ, ਕਿਉਂਕਿ ਰਾਤੀ ਆਖਿਆ ਸੀ ਬਹੋੜਾ ਜੀ ਨੂੰ, ਦਿਨ ਚੜੇ ਬਹੋੜਾ ਜੀ ਵੀ ਸੰਗਲੀਆਂ ਦਾ ਗੁੱਛਾ ਲੈ ਆਏ। ਲਓ ਬਾਬਾ ਜੀ, ਇਹ ਕਰੀ ਤੇ ਉਹ ਵੀ ਨਹੀਂ ਪਛਾਣ ਪਾਏ। ਗੱਜ ਕੇ ਆਖੋ ਵਾਹਿਗੁਰੂ। ਪਰ ਹੁਣ ਕਰਨ ਕੀ, ਉਹ ਜਿਹੜੇ ਕੱਪੜੇ ਸੀਗੇ ਉਹ ਉਹਨਾਂ ਦਿੱਤੇ ਸੀਗੇ, ਉਹਨਾਂ ਨੂੰ ਪਛਾਣ ਆ ਗਈ ਵੀ ਇਹੋ ਹੀ ਨੇ ਬਾਬਾ ਜੀ। ਹਾਂਜੀ, ਤੇ ਉਹ ਸੰਗਲੀਆਂ ਫੜਾਤੀਆਂ ਵੀ ਲਓ ਬਾਬਾ ਜੀ। ਹਾਂਜੀ, ਲੇਕਰ ਬਿਖੈ ਅਗਰ ਲਟਕਾਈ, ਤੇ ਬਾਬਾ ਜੀ ਨੇ ਅੱਗੇ ਲਟਕਾ ਲੀਆਂ ਜੀ। ਉਹ ਸੰਗਲੀਆਂ ਨਾ ਜੀ ਆਪਣੇ ਅੱਗੇ ਕਿਸੇ ਪਾਸੇ ਵਿਖਾ ਕੇ ਉਹਨਾਂ ਨੂੰ ਲਟਕਾ ਲੀਆਂ। ਤੇ ਬਾਬਾ ਜੀ ਹੁਣ ਲਾਹੌਰ ਦੇ ਬਾਜ਼ਾਰਾਂ ਵਿੱਚ ਚੱਲੇ ਦੀ ਹੁਣ। ਹਾਂਜੀ, ਸਨੈ ਸਨੈ ਪਗ ਧਰੈ ਅਗਾਰੀ, ਹੈ ਤੇ ਧਾਨੀ ਨੇ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਆਏ ਤੇ ਕਿਸ ਤਰੀਕੇ ਨਾਲ ਘਾਹ ਦੀ ਪੰਡ ਸਿਰ ਤੇ ਰੱਖੀ ਸੀਗੀ ਜੀ। ਹਾਂਜੀ, ਤੇ ਉੱਚੀ ਉੱਚੀ ਕਹਿੰਦੇ ਫਿਰਦੇ ਕਿ ਵੀ ਘਾਹ ਲੈ ਲਓ, ਨਰਮ ਨਰਮ ਘਾਹ ਲੈ ਲਓ। ਹਾਂਜੀ, ਹੁਣ ਇਹੋ ਜਿਹਾ ਬੇਸ ਬਣਾਇਆ ਜੀ ਬਾਬਾ ਜੀ ਨੇ। ਹਾਂਜੀ, ਸਨੈ ਸਨੈ ਪਗ ਧਰੈ ਅਗਾਰੀ, ਹੌਲੀ ਹੌਲੀ ਬਾਬਾ ਜੀ ਚਰਨ ਰੱਖਣ ਦੇ, ਤੇਜ਼ੀ ਨਾਲ ਨਹੀਂ ਤੁਰਨ ਦੇ। ਇਹਦਾ ਵੀ ਕਾਰਨ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਵੀ ਜਿੰਨੇ ਲਾਹੌਰ ਦੇ ਲੋਕ ਨੇ ਨਾ ਜੀ, ਉਹ ਵੇਖ ਲੈਣ ਮੈਨੂੰ ਜੀ ਚੰਗੀ ਤਰ੍ਹਾਂ। ਹਾਂਜੀ, ਗੁਰੂ ਸਾਹਿਬ ਨੇ ਜੋ ਕਿਰਪਾ ਕੀਤੀ ਵੀ ਕੋਈ ਪਛਾਣ ਨਹੀਂ ਸਕੇਗਾ। ਹਾਂਜੀ, ਉਹ ਹੌਲੀ ਹੌਲੀ ਬਾਬਾ ਜੀ ਚਰਨ ਧਰ ਰਹੇ ਜੀ ਅੱਗੇ ਅੱਗੇ। ਹਾਂਜੀ, ਗਰੀ ਬਜ਼ਾਰਨ ਕੇਰ ਮਝਾਰੀ, ਐ ਗਲੀਆਂ ਚੋਂ ਬਾਜ਼ਾਰਾਂ ਚੋਂ ਹੌਲੀ ਹੌਲੀ ਲੰਘ ਰਹੇ ਜੀ, ਹੌਲੀ ਹੌਲੀ। ਹਾਂਜੀ, ਦ੍ਰਿਸ਼ਟ ਅਚੰਚਲ ਤੀਰਜ ਧਾਰੀ, ਹਾਂਜੀ, ਸੁਸ਼ਮ ਸ਼ਰੀ ਖਰੀ ਦੁਤਵਾਰੀ, ਤੇ ਨਾਲ ਐ ਬਹੁਤ ਸੋਹਣਾ ਬੇਸ ਬਣਾ ਕੇ ਹੌਲੀ ਹੌਲੀ ਬੜੇ ਧੀਰਜ ਨਾਲ ਤੁਰੀ ਜਾਂਦੇ। ਤੇ ਜੀ ਆਉਂਦਾ ਨਾ ਜੀ, ਤੇ ਵਿੱਚ ਵਿੱਚ ਆਵਾਜ਼ਾਂ ਦੇਣ ਦੇ, ਜੇ ਕਿਸੇ ਦੀ ਕੋਈ ਚੀਜ਼ ਗਵਾਚੀ ਹੋਵੇ ਤੇ ਮੈਨੂੰ ਦੱਸੋ, ਮੈਂ ਲੱਭ ਕੇ ਦਿਆਂਗਾ। ਇਹ ਆਵਾਜ਼ਾਂ ਬਾਬਾ ਜੀ ਦੇਣ, ਗਵਾਚੀਆਂ ਚੀਜ਼ਾਂ ਲੱਭਾ ਲਓ, ਗਵਾਚੀਆਂ ਚੀਜ਼ਾਂ ਲੱਭਾ ਲਓ, ਗਵਾਚੀਆਂ ਚੀਜ਼ਾਂ ਲੱਭਾ ਲਓ। ਹਾਂਜੀ, ਬਾਬਾ ਜੀ ਆਵਾਜ਼ ਦੇਖਦੇ ਤੁਰੀ ਜਾਂਦੇ ਜੀ। ਹਾਂਜੀ, ਨਰਨ ਅਜਾਇਬ ਬੇਸ ਬਨਹਾਰਾ, ਉਹ ਲੋਕਾਂ ਵੇਖਿਆ ਵੀ ਇਹ ਕੌਣ ਹੈ ਜਿਹਨੇ ਇਸ ਤਰ੍ਹਾਂ ਦਾ ਭੇਸ ਬਣਾਇਆ ਹੋਇਆ। ਹਾਂਜੀ, ਹੇਰਨ ਹੇਤ ਆਏ ਚੱਲ ਲਾਰਾ, ਤੇ ਗੁਰਮੁਖੋ ਉਹ ਬਸ ਇੱਕ ਗੱਲ ਵੱਧਦੀ ਜਾਂਦੀ ਹੈਗੀ ਜੀ। ਲੋਕ ਕਹਿੰਦੇ ਉਹ ਅਜੀਬ ਜਿਹਾ ਬੰਦਾ ਫਲਾਣੀ ਗਲੀ 'ਚ ਤੁਰਿਆ ਫਿਰਦਾ। ਹਾਂਜੀ, ਉਹ ਸਾਰੇ ਉਧਰ ਪਹੁੰਚੀ ਜਾਣ ਜੀ। ਹਾਂਜੀ, ਕੌਣ ਦੇਸ਼ ਤੇ ਇਹ ਚੱਲ ਆਇਓ, ਹਾਂਜੀ, ਆਗੇ ਪੁਰਮੈ ਨਹਿ ਦਰਸਾਇਓ, ਤੇ ਲੋਕ ਆਪਸ ਵਿੱਚ ਪੁੱਛਦੇ ਵੀ ਇਹ ਕੌਣ ਹੈ ਜਿਹੜਾ ਹੁਣ ਭਾਈ ਆਇਆ। ਅੱਗੇ ਤੇ ਕਦੀ ਲਾਹੌਰ 'ਚ ਵੇਖਿਆ ਹੀ ਨਹੀਂ ਇਹ ਭਾਈ। ਹਾਂਜੀ, ਕੇਚਿਕ ਬੂਝਤ ਹੈ ਹੋਏ ਪਾਸ, ਤੇ ਕਈਆਂ ਤੇ ਕੋਲ ਹੋ ਕੇ ਫਿਰ ਪੁੱਛ ਹੀ ਲਿਆ ਬਾਬਾ ਜੀ ਨੂੰ। ਹਾਂਜੀ, ਕੌਣ ਨਾਮ ਅਰ ਕਹਾਂ ਨਿਵਾਸ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਬਾਬਾ ਜੀ ਨੂੰ ਆਵਾਜ਼ਾਂ ਦੇਂਦਾ ਵੀ ਗਵਾਚੀਆਂ ਚੀਜ਼ਾਂ ਲੱਭਾ ਲਓ। ਹਾਂਜੀ, ਜਦੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਦਿੱਤੀਆਂ ਤੇ ਕੋਲ ਹੋ ਕੇ ਇੱਕ ਅੱਧੇ ਨੇ ਪੁੱਛ ਹੀ ਲਿਆ ਵੀ ਭਾਈ ਤੂੰ ਕੌਣ ਹੈ, ਕਿਸ ਦੇਸ਼ ਤੋਂ ਆਇਆ ਹੈ। ਹਾਂਜੀ, ਸਾਹਿਬ ਲੋਕ ਦੂਰ ਹਮ ਦੇਸ਼, ਤੇ ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਪਤਾ ਕੀ ਕਹਿੰਦੇ ਜੀ? ਬਾਬਾ ਜੀ ਕਹਿੰਦੇ ਭਾਈ ਅਸੀਂ ਸਹਿਬ ਲੋਕ ਆ, ਸਹਿਬ ਲੋਕ, ਅਸੀਂ ਮਾਲਕ ਲੋਕ ਆ। ਮਾਲਕ ਕਹਿਣ ਲੱਗੇ ਦੂਰ ਦੇਸ਼ ਤੋਂ ਆਏ ਆ। ਹਾਂਜੀ, ਗੁਨੀ ਮਹਾ ਗੁਣ ਧਰੈ ਵਿਸ਼ੇਸ਼, ਤੇ ਆਪੇ ਹੀ ਆਪਣੇ ਗੁਣ ਬਾਬਾ ਜੀ ਗਾਉਣ ਫਿਰ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਅਸੀਂ ਤੇ ਭਾਈ ਬੜੇ ਗੁਣੀ ਪੁਰਸ਼ ਆ। ਕਹਿਣ ਲੱਗੇ ਬੜੇ ਗੁਣ ਨੇ ਸਾਡੇ ਵਿੱਚ, ਤੁਹਾਨੂੰ ਸਾਡੇ ਗੁਣਾਂ ਦਾ ਪਤਾ ਨਹੀਂ। ਅਸੀਂ ਮਾਲਕ ਲੋਕ ਆ ਤੇ ਗੁਣੀ ਲੋਕ ਆ। ਹਾਂਜੀ, ਧੀਰਜ ਸਹਿਤ ਕਹਿਤ ਇਮ ਜਾਏ, ਬਸ ਬਾਬਾ ਜੀ ਇਸ ਤਰ੍ਹਾਂ ਕਹਿੰਦੇ ਹੋਏ ਜਾ ਰਹੇ ਨੇ, ਉੱਚੀ ਉੱਚੀ ਬੋਲੀ ਜਾਣ, ਗਵਾਚੀਆਂ ਚੀਜ਼ਾਂ ਲੱਭਾ ਲਓ। ਹਾਂਜੀ, ਆਵਾਜ਼ ਮਾਰਨੀ, ਜਿੰਨੇ ਪੁੱਛਣਾ ਉਹਨੂੰ ਕਹਿਣਾ ਅਸੀਂ ਸਹਿਬ ਲੋਕ ਆ ਤੇ ਅਸੀਂ ਬੜੇ ਗੁਣੀ ਆ। ਹਾਂਜੀ, ਜਹਾਂ ਦੁਰਗ ਕੋ ਪੌਰ ਸੁਹਾਏ, ਹਾਂਜੀ, ਹੇਰਨ ਹੇਤ ਅਨੇਕ ਨਰ ਸੰਗ, ਤੇ ਗੁਰਮੁਖੋ ਬਾਬਾ ਜੀ ਤੁਰਦਿਆਂ ਤੁਰਦਿਆਂ ਵੱਖਰਾ ਹੀ ਪੇਸ ਬਣਾਇਆ। ਦਾੜੀ ਵਿੱਚੋਂ ਚੀਰੇ, ਮੁੱਛਾਂ ਐ ਤਾਂ ਨੂੰ ਕੀਤੀਆਂ, ਚੌੜੀ ਪੱਗ ਬੰਨੀ ਹੈ, ਲੱਕੀ ਜੁੱਤੀ ਪਾਈ ਹੈ, ਨੋਕਦਾਰ ਜੁੱਤੀ ਦੀ। ਹਾਂਜੀ,
ਤੇ 3 ਕੁੜਤੇ ਪਾਏ ਨੇ, ਅੱਗੇ ਸੰਗਲੀਆਂ ਲਟਕਾਈਆਂ ਜੀ, ਤੇ ਤੁਰਦਿਆਂ ਤੁਰਦਿਆਂ ਬਾਬਾ ਜੀ ਕਿਲੇ ਦੇ ਸਾਹਮਣੇ ਪਹੁੰਚ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਘਾਹ ਦੀ ਪੰਡ ਲੈ ਕੇ ਗਏ ਸੀਗੇ ਜੀ ਕਿਲੇ ਸਾਹਮਣੇ, ਹਾਂਜੀ। ਉੱਥੇ ਖੋਲ ਕੇ ਬਹਿ ਕੇ ਇੱਕੋ ਆਵਾਜ਼ ਦਿੰਦੇ ਸੀ, ਨਰਮ ਨਰਮ ਘਾਹ ਲੈ ਲੋ, ਹਾਂਜੀ। ਹੁਣ ਆ ਆਵਾਜ਼ ਦੇ ਰਹੇ, ਹਾਂਜੀ। ਚਲਿਓ ਜਾਤ ਕਰ ਗਰੀਬ ਉਤੰਗ। ਤੇ ਬਾਬਾ ਜੀ ਐ ਥੋੜੇ ਜਿਹੇ ਸਾਵਧਾਨ ਹੋ ਕੇ ਤੁਰੇ ਜਾ ਰਹੇ ਜੀ। ਲੋਕ ਵੇਖਣ ਵਾਲੇ ਬੜੇ ਆ ਗਏ ਜੀ, ਹਾਂਜੀ। ਦੁਰਗ ਪੌਰ ਕੇ ਨਿਕਟ ਇੱਕ ਕੰਧ ਉਚਾਰੀ ਥੌਰ। ਗੁਰਮੁਖੋ ਕਿਲੇ ਦੇ ਸਾਹਮਣੇ ਇੱਕ ਉੱਚੀ ਕੰਧ ਸੀਗੀ ਜੀ, ਹਾਂਜੀ। ਤਿਸ ਪਰ ਚੜ ਬੈਠਿਓ ਸੁਮਤ ਦਾਵ ਕਰਨ ਕੇ ਔਰ। ਤੇ ਬਾਬਾ ਜੀ ਥੱਲੇ ਕਿਤੇ ਨਹੀਂ ਖਲੋਤੇ ਜੀ। ਹੁਣ ਤੁਹਾਨੂੰ ਪਤਾ ਵੀ ਜਿਹੜਾ ਥੋੜੀ ਜਿਹੀ ਉੱਚੀ ਥਾਂ ਤੇ ਹੋਵੇ, ਕੰਧ ਤੇ ਚੜਿਆ ਹੋਵੇ, ਤੇ ਲੋਕ ਵੇਖਦੇ ਉਹਦੇ ਵੱਲ ਜੀ। ਤੇ ਬਾਬਾ ਜੀ ਤੇ ਅੱਗੇ ਕਹਿੰਦੇ ਸੀ ਵੀ ਮੈਨੂੰ ਇਹ ਵੇਖਣ ਤੇ ਕਿਸੇ ਤਰੀਕੇ ਨਾਲ ਅੰਦਰ ਲੈ ਜਾਣ ਕਿਲੇ ਦੇ, ਹਾਂਜੀ। ਤੇ ਬਾਬਾ ਜੀ ਐ ਕੰਧ ਉੱਤੇ ਬੈਠੇ, ਕੰਧ ਦੇ ਉੱਤੇ ਜਾ ਕੇ ਬਹਿ ਗਏ ਜੀ, ਨਵਾਂ ਹੀ ਚੋਜ ਕਰਨ ਲੱਗੇ ਜੀ, ਹਾਂਜੀ। ਭਲੇ ਭਲੇ ਕੇਤਿਕ ਨਰ ਆਏ, ਹਾਂਜੀ। ਤਿੰਨ ਬੂਝਿਓ ਸਭ ਕਹਿਤ ਸੁਨਾਏ। ਉਹ ਹੁਣ ਮਨੁੱਖ ਸਾਰੇ ਇਕੱਠੇ ਹੋਣ ਲੱਗ ਪਏ ਵੀ ਇਹ ਕੌਣ ਹੈ ਭਾਈ ਜਿਹੜਾ ਕੰਧ ਉੱਤੇ ਬੈਠਾ, ਹਾਂਜੀ। ਖੋਜੀ ਗਣਕ ਗੁਣੀ ਵੱਡ ਮੈਂ ਹਾਂ, ਹਾਂਜੀ। ਗਈ ਵਸ ਕੋ ਸੋਧ ਬਤੇ ਹੈ। ਤੇ ਫਿਰ ਬਾਬਾ ਜੀ ਜਦੋਂ ਆਵਾਜ਼ਾਂ ਦੇਣ ਨਾ ਜੀ ਵੀ ਗਵਾਚੀਆਂ ਚੀਜ਼ਾਂ ਲੱਭਾ ਲੋ, ਜਦੋਂ ਏਦਾਂ ਆਵਾਜ਼ਾਂ ਦੇਣ ਤੇ ਫਿਰ ਪੁੱਛਦੇ ਵੀ ਤੂੰ ਹੈ ਕੌਣ। ਤੇ ਫਿਰ ਬਾਬਾ ਜੀ ਦੱਸਣ ਲੱਗ ਪਏ, ਕੰਧ ਤੇ ਬੈਠੇ ਥੱਲੇ ਲੋਕਾਂ ਨੂੰ ਦੱਸ ਰਹੇ। ਕਹਿਣ ਲੱਗੇ ਵੀ ਮੈਂ ਤੇ ਬੜਾ ਵੱਡਾ ਗੁਣੀ ਆ। ਕਹਿਣ ਲੱਗੇ ਮੇਰਾ ਨਾਮ ਪਤਾ ਕੀ ਆ, ਮੈਂ ਆ ਖੋਜੀ, ਬੜਾ ਵੱਡਾ ਜੋਤਸ਼ੀ ਆ, ਜੋਤਸ਼ੀ। ਤੇ ਕਹਿਣ ਲੱਗੇ ਕੋਈ ਵੀ ਵਸਤੂ ਗਵਾਚੀ ਹੋਵੇ ਤੇ ਮੈਂ ਆਪਣੀ ਜੋਤਿਸ਼ ਵਿਦਿਆ ਨਾਲ ਦੱਸ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਤੇ ਅੱਗੇ ਰੌਲਾ ਪਿਆ ਸੀ ਵੀ ਘੋੜਾ ਗਵਾਚਾ ਜੀ, ਹਾਂਜੀ। ਕੋਈ ਵੀ ਵਸਤੂ ਗਵਾਚੀ ਹੋਵੇ ਮੈਂ ਆਪ ਦੇ ਜੋਤਿਸ਼ ਦੇ ਹਿਸਾਬ ਨਾਲ ਦੱਸ ਦੇਣਾ, ਹਾਂਜੀ। ਕੇ ਚਿਤ ਭਾਖਤ ਗਇਓ ਹਮਾਰੋ। ਤੇ ਫਿਰ ਲੋਕ ਤੁਹਾਨੂੰ ਪਤਾ ਇਹੋ ਜਿਹੇ ਬੰਦਿਆਂ ਦੀ ਪੁੱਛ ਗਿੱਛ ਬੜੀ, ਜਿਹੜੇ ਪੁੱਛਾਂ ਦੇਣ ਵਾਲੇ ਨਾ ਜੀ, ਉਹਨਾਂ ਦੀ ਤੇ ਬੜੀ ਪੁੱਛ ਗਿੱਛ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਐਨੀ ਵੇਖੋ ਪੜ੍ਹਾਈ ਕਰ ਕਰਕੇ ਬੰਦਾ ਡਾਕਟਰ ਬਣਦਾ ਜੀ, ਹਾਂਜੀ। ਤੇ ਕੋਈ ਕਹਿੰਦਾ ਡਾਕਟਰ ਨੂੰ ਸਿਆਣਾ ਜੀ, ਤੇ ਜਿਹੜਾ ਧੋਖਾ ਦੇ ਦੇ ਪੁੜੀਆਂ ਦੇਈ ਜਾਵੇ ਲੋਕ ਉਹਨੂੰ ਸਿਆਣਾ ਕਹਿਣ ਲੱਗ ਪੈਂਦੇ ਜੀ ਵੀ ਇਹ ਸਿਆਣਾ ਜੀ। ਤੇ ਡਾਕਟਰ ਨਿਆਣਾ ਜੀ, ਇੰਨੀਆਂ ਕਿਤਾਬਾਂ ਪੜ੍ਹੀਆਂ, ਸਾਰਾ ਕੁਝ ਕੀਤਾ ਜੀ, ਤੇ ਪੁੜੀਆਂ ਦੇਣ ਵਾਲੇ ਨੂੰ ਸਿਆਣਾ ਕਹਿਣਗੇ, ਹਾਂਜੀ। ਹੁਣ ਬਾਬਾ ਜੀ ਨੇ ਤਾਂ ਚਲੋ ਜਾਣ ਕੇ ਭੇਸ ਬਣਾਇਆ ਨਾ ਜੀ। ਤੇ ਚਲੋ ਤੁਸੀਂ ਜਿੰਨੇ ਬੈਠੇ ਹੋ ਸੰਗਤ ਜੀ, ਆਪ ਜੀ ਤੇ ਗੁਰੂ ਨਾਲ ਜੁੜੇ ਹੋ, ਸੱਚੇ ਪਾਤਸ਼ਾਹ ਜੀ ਨਾਲ ਜੁੜੇ ਹੋ। ਨਹੀਂ ਤੇ ਖਾਸ ਕਰਕੇ ਸਾਡੇ ਪੰਜਾਬ 'ਚ ਇਹੋ ਹਾਲ ਹੀ ਹੈ ਜੀ, ਪੁੜੀਆਂ ਦੇਣ ਵਾਲੇ ਸਿਆਣੇ ਨੇ ਜੀ ਇੱਥੇ, ਹਾਂਜੀ। ਤੇ ਉਹ ਹੁਣ ਇਹੋ ਜਿਹਾ ਕੋਲ ਭੀੜ ਬੜੀ ਇਕੱਠੀ ਹੋ ਜਾਂਦੀ। ਤੇ ਬਾਬਾ ਜੀ ਨੂੰ ਕਹਿਣ ਵੀ ਮੈਂ ਦੱਸਦਾ ਪਤੇ ਸਾਰਿਆਂ ਦੇ, ਤੇ ਲੋਕ ਆ ਗਏ ਜੀ ਮੇਰੀ ਫਲਾਣੀ ਚੀਜ਼ ਗਵਾਚੀ ਹੈ। ਗੱਜ ਕੇ ਆਖੋ ਵਾਹਿਗੁਰੂ, ਹਾਂਜੀ। ਕੇ ਚਿਤ ਭਾਖਤ ਗਇਓ ਹਮਾਰੋ, ਦੇਹੋ ਬਤਾਏ ਜੇ ਗਣਕ ਉਚਾਰੋ। ਆਪਣਾ ਹਿਸਾਬ ਲਾ ਕੇ ਦੱਸੋ ਮੇਰੀ ਫਲਾਣੀ ਚੀਜ਼ ਗਵਾਚ ਗਈ। ਕੋਈ ਕਵੇ ਮੇਰੀ ਫਲਾਣੀ ਚੀਜ਼ ਗਵਾਚ ਗਈ। ਕਰਦਿਆਂ ਕਰਦਿਆਂ ਬਾਬਾ ਜੀ ਦੇ ਲਾਗੇ ਤੇ ਚੰਗੀ ਭੀੜ ਇਕੱਠੀ ਹੋ ਗਈ ਜੀ, ਹਾਂਜੀ। ਸੁਣ ਕਰ ਸੰਗਰੀ ਹੱਥ ਲਗਾਵੇ। ਤੇ ਬਾਬਾ ਜੀ ਉਹਨਾਂ ਦੀ ਗੱਲ ਸੁਣ ਕੇ ਸੰਗਲੀ ਨੂੰ ਹੱਥ ਲਾਈ ਜਾਣ ਜੀ, ਆਪਣੀ ਨੂੰ, ਨਾਲੇ ਸੰਗਲੀ ਹਿਲਾਉਣ ਆਪਣੀ ਜੀ, ਹਾਂਜੀ। ਸੁੰਗਤ ਤਿਸ ਕੋ ਬਾਹਰ ਬਤਾਵੇ। ਤੇ ਸੰਗ ਸੰਗ ਉਹਨੂੰ ਦੱਸੀ ਜਾਣ ਜੀ। ਲੋਕ ਕਹਿਣ ਵੀ ਬਾਬੇ ਦੀ ਸੰਗਲੀ 'ਚ ਕੋਈ ਗੱਲਬਾਤ ਹੈਗੀ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਲੀ ਸੁੰਗ ਸੁੰਗ ਕੇ ਨਾ ਜੀ ਅੱਗੋਂ ਦੱਸੀ ਜਾਣ ਵੀ ਤੇਰਾ ਫਲਾਣੀ ਥਾਂ ਪਿਆ ਈ। ਉਹ ਕਿਹੜਾ ਹੁਣੇ ਜਾ ਕੇ ਕਿਸੇ ਨੇ ਲੱਭਣ ਲੱਗ ਪੈਣਾ ਹੈਗਾ ਜੀ। ਤੇਰਾ ਫਲਾਣੀ ਥਾਂ ਤੇ ਲਾਗੇ ਨਾ ਦੱਸਣ, ਦੂਰ ਦੱਸਣ ਜੀ ਬਾਬਾ ਜੀ, ਵੀ ਆਪੇ ਇਹਨਾਂ ਨੂੰ ਸਮਾਂ ਲੱਗੇ, ਹਾਂਜੀ। ਬੜੇ ਉਪਾਏ ਕਰੇ ਧਨ ਪਾਇਓ, ਬੇਖਮ ਸਥਾਨ ਗਇਓ ਕਿਤ ਭਾਇਓ। ਤੇ ਗੁਰਮੁਖੋ ਲੋਕ ਦੱਸਣ, ਕੋਈ ਕਵੇ ਅਸੀਂ ਬੜੇ ਉਪਾਏ ਨਾਲ ਪੈਸੇ ਕਮਾਏ ਸੀ, ਪੈਸੇ ਗਵਾਚ ਕੇ ਆ ਹੋ ਗਿਆ, ਉਹ ਹੋ ਗਿਆ। ਤੇ ਬਾਬਾ ਜੀ ਬਾਹਰ ਬੈਠੇ ਦੱਸਣ ਵੀ ਫਲਾਣੀ ਥਾਂ ਤੇ, ਦੂਰ ਦੱਸ ਦੇਣ ਤੇ ਬੰਦੇ ਗਾਂਹ ਨੂੰ ਤੁਰੀ ਜਾਣ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਨੇ ਤੇ ਚੰਗਾ ਹੀ ਬਾਹਰ ਮੇਲਾ ਲਾਇਆ ਜੀ ਫਿਰ ਜੀ, ਹਾਂਜੀ। ਕਿਲੇ ਦੇ ਬਾਹਰ ਚੰਗਾ ਮੇਲਾ ਲਾ ਲਿਆ, ਭਰਵਾਂ ਮੇਲਾ ਹੋ ਗਿਆ ਜੀ, ਹਾਂਜੀ। ਕਿਹ ਕੋ ਕੁਛ ਕਹੈ,
ਸੁਨ ਸੁਨ ਲੋਕ ਅਚੰਭੈ ਲਹੈ। ਬਾ ਕਿਸੇ ਨੂੰ ਕੁਛ ਕਹਿ ਦੇਣ, ਕਿਸੇ ਨੂੰ ਕੁਛ ਕਹਿ ਦੇਣ ਜੀ, ਤੇ ਲੋਕ ਬਚਨ ਮੰਨੀ ਜਾਣ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਗੱਲ ਤੇ ਪਿੱਛੋਂ ਆਂਦੀ, ਪਿੱਛੋਂ ਕਿਰਪਾ ਵਰਤ ਰਹੀ ਸਾਰੀ ਜੀ। ਕਿਹਦੀ ਕਿਰਪਾ ਵਰਤ ਰਹੀ? ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਿਛੋਂ ਕਿਰਪਾ ਵਰਤ ਰਹੀ ਜੀ ਸਾਰੀ। ਹਾਂਜੀ। ਹੇਰਨ ਵੇਸ਼ ਹੇਤ ਬਹੁ ਮਿਲੇ, ਖਰੇ ਕਿਤਨ ਬਾਤਨ ਰਸ ਢਲੇ। ਤੇ ਗੁਰਮੁਖੋ ਬਹੁਤ ਸਾਰੇ ਤੇ ਲਾਗੇ ਖਲੋਤੇ ਵੀ ਬਾਬੇ ਦੀਆਂ ਗੱਲਾਂ ਸੁਣੀਏ ਵੀ ਗੱਲਾਂ ਕੀ ਕਰ ਰਿਹਾ ਜੀ ਇਹ ਜੀ। ਰੂਪ ਹੀ ਇਹੋ ਜਿਹਾ ਬਣਾਇਆ ਸੀਗਾ। ਹਾਂਜੀ। ਬੈਠ ਦਿਖਾਵਤ ਲਾਗਾ ਉੱਚੇ, ਲੱਗੇ ਬਿਲੋਕਨ ਤਹ ਜੋ ਪਹੁੰਚੇ। ਤੇ ਬਾਬਾ ਜੀ ਵੀ ਉੱਚੀ ਥਾਂ ਤੇ ਬਹਿਣ, ਕਦੀ ਪੱਗ ਨੂੰ ਇਸ ਪਾਸੇ ਕਰ ਲੈਣ, ਕਦੀ ਕੁਛ ਕਰਨ, ਕਦੀ ਕੁਛ। ਤੇ ਵੇਖਣ ਵਾਲਿਆਂ ਨੇ ਪੂਰਾ ਆਸੇ ਪਾਸੇ ਮੇਲਾ ਹੀ ਲਾਇਆ ਜੀ ਬਾਬਾ ਜੀ ਦੇ। ਹਾਂਜੀ। ਚਾਰ ਮੁਕਰ ਇੱਕ ਧਰਿਓ ਅਗਾਰੇ। ਤੇ ਬਾਬਾ ਜੀ ਨੇ ਸੋਹਣਾ ਇੱਕ ਸ਼ੀਸ਼ਾ ਵੀ ਅੱਗੇ ਰੱਖਿਆ। ਫਿਰ ਗੱਜ ਕੇ ਆਖੋ ਵਾਹਿਗੁਰੂ। ਸ਼ੀਸ਼ਾ ਅੱਗੇ ਰੱਖ ਲਿਆ ਜੀ, ਕਦੀ ਕੱਢ ਕੇ ਉਹਨੂੰ ਰੱਖ ਲੈਂਦੇ। ਹਾਂਜੀ। ਬਾਰ ਬਾਰ ਮੁਖ ਚਾਰ ਨਿਹਾਰੇ। ਬਾਰ ਬਾਰ ਆਪਣਾ ਮੁਖ ਵੇਖੀ ਜਾਣ ਜੀ, ਬਾਰ ਬਾਰ ਜੀ। ਤੇ ਲੋਕ ਤੇ ਕਹਿਣ ਵੀ ਅਜੀਬ ਹੀ ਬੰਦਾ ਆਇਆ ਹੈ, ਨਾਲੇ ਗੱਲਾਂ ਬੜੀਆਂ ਸਿਆਣੇ ਕਰਦਾ, ਨਾਲੇ ਰੂਪ ਬੜਾ ਵਧੀਆ ਇਹਦਾ। ਹਾਂਜੀ। ਸ਼ਮਸ਼ ਸੁਧਾਰੈ ਊਚ ਚੜਾਏ। ਹਾਂਜੀ। ਕਦੀ ਬਾਰ ਬਾਰ ਦਾੜੀ ਨੂੰ ਐ ਸੁਧਾਰਦੇ ਜੀ, ਵਿੱਚੋਂ ਚੀਰ ਕੱਢਿਆ ਠੋਡੀ ਵਿਖਾਉਂਦੇ ਜੀ ਉਹਨਾਂ ਨੂੰ ਆਪਣੀ। ਹਾਂਜੀ। ਪਕੜੈ ਸੰਗਰੀ ਹਾਥ ਕਦਾਏ। ਕਦੀ ਸੰਗਲੀ ਹੱਥ 'ਚ ਫੜ ਕੇ ਹਿਲਾਉਣ ਲੱਗ ਪੈਂਦੇ ਜੀ। ਐ ਪੂਰਾ ਪ੍ਰਭਾਵ ਪੈ ਗਿਆ। ਤੇ ਬਾਬਾ ਜੀ ਨੇ ਵੇਖਿਆ ਵੀ ਹੁਣ ਪੂਰਾ ਮੇਲਾ ਲੱਗ ਚੁੱਕਾ ਮੇਰੇ ਆਲੇ ਦੁਆਲੇ। ਗੱਜ ਕੇ ਆਖੋ ਵਾਹਿਗੁਰੂ। ਹੱਦ ਹੋ ਗਈ ਜੀ। ਉਸੇ ਸ਼ਹਿਰ ਵਿੱਚ ਰਹੇ, ਉੱਥੇ ਹੀ ਘਾਹ ਵੇਚਦੇ ਰਹੇ ਜੀ, ਉੱਥੇ ਹੀ ਸਭ ਕੁਝ ਕਰਦੇ ਰਹੇ, ਉੱਥੇ ਹੀ ਕੋਈ ਬੰਦਾ ਪਛਾਣ ਨਹੀਂ ਜੀ ਰਿਹਾ ਉਹਨਾਂ ਨੂੰ। ਹਾਂਜੀ। ਇਹ ਗੁਰੂ ਜੀ ਦੀ ਕਿਰਪਾ ਹੈ। ਚਿਹਰਾ ਤੇ ਉਹੀ ਹੈ ਨਾ ਜੀ, ਜੇ ਮੁੱਛਾਂ ਕਰ ਲੀਆਂ ਜਾਂ ਦਾੜੀ ਕਰ ਲਈ, ਚਿਹਰਾ ਤੇ ਉਹੀ ਹੈ। ਹਾਂਜੀ। ਪਰ ਇਹ ਤੇ ਗੁਰੂ ਸਾਹਿਬ ਦੀ ਕਿਰਪਾ। ਹਾਂਜੀ। ਦਾਸ ਦਰੋਗੇ ਕੋ ਇੱਕ ਆਇਓ। ਉਹਨਾਂ ਚਿਰ ਨੂੰ ਇੱਕ ਦਰੋਗੇ ਦਾ ਬੰਦਾ ਆ ਗਿਆ ਜੀ, ਦਰੋਗੇ ਦਾ। ਹਾਂਜੀ। ਭੀੜ ਹੇਰ ਲਿਖ ਬੇਬਿਰਮਾਇਓ। ਤੇ ਬੜੀ ਭੀੜ ਵੇਖੀ ਜੀ। ਉਹ ਕਹਿੰਦਾ ਮੈਂ ਵੀ ਜਾ ਕੇ ਵੇਖਾਂ ਭੀੜ 'ਚ ਕੀ ਪਿਆ। ਹਾਂਜੀ। ਗਇਓ ਨਿਕਟ ਬੂਝਿਓ ਇਹ ਕੌਣ। ਤੇ ਜਦੋਂ ਵੇਖਿਆ ਕੰਧ ਤੇ ਬੰਦਾ ਬੈਠਾ ਤੇ ਸਾਰੇ ਲੋਕ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਨੇ, ਉਹਨੇ ਫਿਰ ਪੁੱਛਿਆ ਵੀ ਇਹ ਕੌਣ ਹੈ। ਹਾਂਜੀ। ਬੇਸ ਅਜਾਇਬ ਕਿਸ ਪੁਨ ਭਾਉਨ। ਇਹਨੇ ਅਜੀਬ ਵੇਸ ਧਾਰਨ ਕੀਤਾ, ਇਥੋਂ ਦਾ ਤੇ ਬੰਦਾ ਨਹੀਂ ਹੈਗਾ। ਕਹਿਣ ਲੱਗੇ ਇਹਦਾ ਘਰ ਕਿੱਥੇ ਹੈ। ਹਾਂਜੀ। ਸੁਨ ਕੇ ਬੋਲਤ ਭਾਤਿਸ ਬੇਰਾ। ਤੇ ਫਿਰ ਉਹਨੇ ਹੱਥ 'ਚ ਬਰਛਾ ਫੜਿਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਭਾਈ ਤੂੰ ਕੌਣ ਹੈ? ਤੇ ਬਾਬਾ ਬਿਧੀ ਚੰਦ ਜੀ ਨੇ ਫਿਰ ਉਹਨੂੰ ਉੱਤਰ ਦਿੱਤਾ। ਹਾਂਜੀ। ਖੋਜੀ ਗਣਕ ਨਾਮ ਹੈ ਮੇਰਾ। ਤੇ ਬਾਬਾ ਜੀ ਕਹਿਣ ਲੱਗੇ ਵੀ ਮੈਂ ਖੋਜੀ ਜੋਤਸ਼ੀ ਹਾਂ। ਖੋਜੀ ਜੋਤਸ਼ੀ, ਮੈਨੂੰ ਲੋਕ ਖੋਜੀ ਜੋਤਸ਼ੀ ਕਹਿੰਦੇ, ਖੋਜੀ ਜੋਤਸ਼ੀ। ਹਾਂਜੀ। ਦੂਰ ਦੇਸ਼ ਜੰਗਲ ਹਮ ਰਹੈ। ਮੈਂ ਤੇ ਜੰਗਲਾਂ ਚੋਂ ਆਇਆ, ਜੰਗਲਾਂ ਚੋਂ। ਕਹਿਣ ਲੱਗੇ ਦੂਰ ਜੰਗਲ ਦੇਸ਼ ਤੋਂ ਆਇਆ ਇੱਥੇ। ਹਾਂਜੀ। ਗੁਣ ਆਪਣੇ ਦਿਖਾਇਓ ਚਾਹੈ। ਉੱਥੇ ਤੇ ਮੇਰਾ ਗੁਣ ਜਾਣਦਾ ਨਹੀਂ, ਮੇਰੇ ਵਰਗੇ ਹੋਰ ਬੜੇ ਉੱਥੇ, ਤੇ ਮੈਂ ਇੱਥੇ ਆਪਣਾ ਗੁਣ ਵਿਖਾਉਣ ਆਇਆ ਤੁਹਾਨੂੰ ਸਾਰਿਆਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਮੈਂ ਤਾਂ ਐ ਜੋਤਿਸ਼ ਲਾ ਕੇ ਪੁਰਾਣੀ ਗਵਾਚੀ ਹੋਈ ਚੀਜ਼ ਨੂੰ ਲੱਭ ਦੇਣਾ। ਹਾਂਜੀ। ਸੁਨ ਕਰ ਦਾਸ ਅਚੰਭੋ ਗਇਓ। ਜਦੋਂ ਉਹਨੇ ਗਵਾਚੀ ਚੀਜ਼ ਬਾਰੇ ਸੁਣਿਆ ਨਾ ਜੀ, ਤੇ ਦਾਸ ਬੜਾ ਖੁਸ਼ ਹੋਇਆ ਜੀ। ਹਾਂਜੀ। ਬੋਲਨ ਬੇਸ ਬੇਸ ਬਪਨਿਓ। ਉਹਨੇ ਕਿਹਾ ਵੀ ਬੋਲਣ ਦਾ ਢੰਗ ਵੀ ਬੜਾ ਵਧੀਆ। ਉਹ ਗੁਰੂ ਸਾਹਿਬ ਨੇ ਜੋ ਕਿਹਾ ਵੀ ਬਿਧੀ ਚੰਦ ਤੇਰਾ ਪ੍ਰਭਾਵ ਸਾਰਿਆਂ ਦੀ ਮੱਤ ਉੱਤੇ ਛਾ ਜਾਏਗਾ। ਕਹਿਣ ਲੱਗੇ ਸਾਰਿਆਂ ਤੇ ਪ੍ਰਭਾਵ ਹੀ ਪੈ ਜਾਏਗਾ। ਹਾਂਜੀ। ਉਹ ਬੰਦਾ ਫਿਰ ਬਾਬਾ ਬਿਧੀ ਚੰਦ ਜੀ ਦੀ ਗੱਲ ਸੁਣ ਕੇ ਕਹਿਣ ਲੱਗਾ ਵੀ ਬੋਲ ਤੇ ਬੜੇ ਵਧੀਆ ਬੋਲ ਰਿਹਾ ਏ ਹੈ। ਜੇ ਵਾਕਈ ਪੁਰਾਣੀ ਤੋਂ ਪੁਰਾਣੀ ਚੀਜ਼ ਨੂੰ ਇਹ ਲੱਭ ਸਕਦਾ ਤੇ ਸਾਡੀ ਚੀਜ਼ ਵੀ ਤੇ ਲੱਭ ਸਕਦਾ ਏ। ਹਾਂਜੀ। ਇਹ ਠਾਂ ਹਜ਼ਰਤ ਕੋ ਇੱਕ ਘੋਰਾ। ਉਹਨੇ ਫਿਰ ਬੋਲ ਹੀ ਦਿੱਤਾ ਜੀ। ਦਾਸ ਨੇ ਆਪਣੇ ਵੱਲੋਂ ਹੀ ਬੋਲਿਆ। ਕਹਿਣ ਲੱਗਾ ਅੱਛਾ ਤੂੰ ਗਵਾਚੀ ਤੋਂ ਗਵਾਚੀ ਚੀਜ਼ ਲੱਭ ਦਿੰਨਾ? ਉਹ ਕਹਿਣ ਲੱਗੇ ਹਾਂ। ਕਹਿਣ ਲੱਗੇ ਇੱਥੇ ਸਾਡੇ ਬਾਦਸ਼ਾਹ ਦਾ ਘੋੜਾ ਗਵਾਚ ਗਿਆ। ਹਾਂਜੀ। ਲੈ ਤਸਕਰ ਗਮਨਿਓ ਕਿਤ ਓਰਾ। ਚੋਰ ਕਿਸੇ ਪਾਸੇ ਉਹ ਘੋੜਾ ਲੈ ਗਿਆ। ਅਸੀਂ ਬੜਾ ਹੀ ਲੱਭਣ ਨੇ। ਬਾਦਸ਼ਾਹ ਨੂੰ ਘੋੜਾ ਪਿਆਰਾ ਬੜਾ ਲੱਗਦਾ।
ਅਸੀਂ ਲੱਭਣ ਬੜਾ ਦਏ ਆ ਤੇ ਲੱਭ ਨਹੀਂ ਰਿਹਾ। ਹਾਂਜੀ। ਸਰਬ ਰੀਤ ਕੇ ਗੁਣੀ ਬੁਲਾਏ, ਕਿਸਹੂ ਤੇ ਨਹਿ ਗਇਓ ਬਤਾਏ। ਸਭ ਰੀਤਾਂ ਦੇ ਬੜੇ ਬੜੇ ਖੋਜੀ ਬੰਦੇ ਵੀ ਆਪਾਂ ਮੰਗਾਏ। ਕਹਿਣ ਲੱਗੇ ਬਾਦਸ਼ਾਹ ਨੇ ਕਸਰ ਕੋਈ ਨਹੀਂ ਛੱਡੀ, ਪਰ ਘੋੜਾ ਨਹੀਂ ਲੱਭਾ ਅਜੇ ਤੱਕ ਬਾਦਸ਼ਾਹ ਨੂੰ। ਹਾਂਜੀ। ਜੋ ਹੋਏ ਤੁਰੰਗ ਬਤਾਵਨ ਹਾਰ, ਤਿਸ ਕੋ ਚਾਹਤ ਸ਼ਾਹ ਉਦਾਰ। ਤੇ ਕਹਿਣ ਲੱਗਾ ਵੀ ਜੇ ਕੋਈ ਬਾਦਸ਼ਾਹ ਨੂੰ ਉਸ ਘੋੜੇ ਬਾਰੇ ਦੱਸ ਦੇ ਤੇ ਬਾਦਸ਼ਾਹ ਤੇ ਉਹਦੇ ਤੇ ਬਹੁਤ ਖੁਸ਼ ਹੋਵੇ। ਉਹ ਜੋ ਮੰਗੇਗਾ ਬਾਦਸ਼ਾਹ ਨੇ ਉਹਨੂੰ ਉਹ ਵਸਤੂ ਦੇ ਦੇਣੀ ਹੈ। ਹਾਂਜੀ। ਤਉ ਮਹਿ ਜੇ ਗੁਣ ਦੇਹੋ ਬਤਾਏ, ਤੇ ਜੇ ਤੇਰੇ ਵਿੱਚ ਇਹ ਗੁਣ ਹੈਗਾ ਤੇ ਬੜੀ ਵਧੀਆ ਗੱਲ ਹੈ। ਹਾਂਜੀ। ਕਰੈ ਸ਼ਾਹ ਕੋ ਸੁਧ ਹਮ ਜਾਏ। ਮੈਂ ਹੁਣੇ ਬਾਦਸ਼ਾਹ ਨੂੰ ਜਾ ਕੇ ਖਬਰ ਦੱਸਦਾ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਜੀ ਤੇ ਅੱਗੇ ਮੌਕਾ ਲੱਭਣ ਲਈ ਵੀ ਕਿਹੜਾ ਵੇਲਾ ਹੋਵੇ ਜੀ। ਹਾਂਜੀ। ਕਹਿਣ ਲੱਗਾ ਮੈਂ ਹੁਣੇ ਬਾਦਸ਼ਾਹ ਨੂੰ ਦੱਸਦਾ ਇਸ ਗੱਲ ਬਾਰੇ। ਹਾਂਜੀ। ਕਹਿਤ ਭਇਓ ਜੋ ਖੋਜੀ ਬ੍ਰਿੰਦ, ਨਹਿ ਮੋਹਿ ਜਾਨੋ ਤਿਨ ਮਾਲੰਦ। ਤੇ ਉਹ ਜਦੋਂ ਚੱਲਾ ਨਾ ਜੀ ਤੇ ਬਾਬਾ ਜੀ ਕਹਿਣ ਲੱਗੇ ਵੀ ਖੋਜੀ ਤੁਸੀਂ ਅੱਗੇ ਵੀ ਸੱਦੇ ਹੋਣਗੇ, ਪਰ ਮੇਰੇ ਵਰਗਾ ਖੋਜੀ ਨਹੀਂ ਚ ਕੋਈ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਮੈਂ ਖੋਜੀਆਂ ਦਾ ਸਿਰਾ। ਕਹਿਣ ਲੱਗੇ ਖੋਜੀਆਂ ਦਾ ਸਿਰਾ, ਮੇਰੇ ਵਰਗਾ ਖੋਜੀ ਨਹੀਂ ਲੱਭਣਾ। ਬਾਦਸ਼ਾਹ ਨੂੰ ਜਾ ਕੇ ਦੱਸ ਦਿਓ। ਹਾਂਜੀ। ਮੈਂ ਸੁਗੰਧ ਥਲ ਲੇਤ ਬਤਾਵੋ। ਕਹਿੰਦਾ ਕਿਉਂ, ਤੇਰੇ ਚ ਕੀ ਇਹੋ ਜੀ ਗੱਲ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਜੀ ਕਹਿਣ ਲੱਗੇ ਜਿਸ ਥਾਂ ਤੇ ਪਈ ਹੋਵੇ ਵਸਤੂ, ਜਿੱਥੋਂ ਚੋਰੀ ਹੋਈ ਹੋਵੇ, ਮੈਂ ਤੇ ਉੱਥੇ ਜਾ ਕੇ ਸੁੰਘ ਕੇ ਹੀ ਦੱਸ ਦੇਣਾ ਵੀ ਵਸਤੂ ਗਈ ਕਿੱਥੇ ਹੈ। ਹਾਂਜੀ। ਸੁਧ ਪਤਾਲ ਗਗਨ ਕੀ ਪਾਵੋ। ਭਾਵੇਂ ਵਸਤੂ ਗਈ ਹੋਵੇ ਆਕਾਸ਼ ਵਿੱਚ ਤੇ ਭਾਵੇਂ ਗਈ ਹੋਵੇ ਪਤਾਲ ਵਿੱਚ, ਹਰ ਥਾਂ ਮੈਂ ਦੱਸ ਸਕਦਾ ਵੀ ਵਸਤੂ ਗਈ ਕਿੱਥੇ ਹੈ। ਕਹਿਣ ਲੱਗੇ ਹਾਂਜੀ। ਮਹਿ ਮਹਿ ਖੋਜਨ ਕਿਆ ਮੋਹਿ ਆਗੈ। ਹਾਂਜੀ। ਦੇਹੋ ਬਤਾਏ ਚੋਰ ਜਿਮ ਲਾਗੇ। ਗੱਜ ਕੇ ਆਖੋ ਵਾਹਿਗੁਰੂ। ਤੇ ਤੁਹਾਡਾ ਘੋੜਾ ਤੇ ਧਰਤੀ ਤੇ ਹੀ ਹੋਏਗਾ ਨਾ ਕਿਤੇ। ਕਹਿਣ ਲੱਗਾ। ਕਹਿਣ ਲੱਗੇ ਕਹਿੰਦੇ ਮੈਂ ਤੇ ਆਕਾਸ਼ ਦਾ ਵੀ ਦੱਸ ਸਕਦਾ ਤੇ ਪਤਾਲ ਦਾ ਵੀ ਦੱਸ ਸਕਦਾ, ਤੇ ਘੋੜਾ ਤੇ ਫਿਰ ਧਰਤੀ ਤੇ ਹੋਏਗਾ। ਬਾਦਸ਼ਾਹ ਨੂੰ ਕਹੋ ਮੈਨੂੰ ਸੱਦ ਲੈਣ, ਮੈਂ ਘੋੜਾ ਲੱਭ ਕੇ ਦਿਆਂਗਾ, ਦੱਸ ਦਿਆਂਗਾ ਕਿੱਥੇ ਆ। ਹਾਂਜੀ। ਹਜ਼ਰਤ ਕੋ ਜਹ ਪਹੁੰਚਿਓ ਘੋਰਾ, ਸਭ ਸੁਧ ਕਹੋ ਗਇਓ ਜਿਸ ਓਰਾ। ਜਿਸ ਜਿਸ ਪਾਸੇ ਗਿਆ, ਜਿਵੇਂ ਜਿਵੇਂ ਘੋੜਾ ਗਿਆ ਮੈਂ ਉਵੇਂ ਹੀ ਦੱਸਾਂਗਾ। ਜਾ ਬਾਦਸ਼ਾਹ ਨੂੰ ਦੱਸ ਦੇ ਆਪਣੇ। ਹਾਂਜੀ। ਅਬ ਜਹ ਖਰੋਂ ਬਤਾਵੋ ਥਾਨ, ਜਿਮਲੇ ਗਮਨਿਓ ਕਰੋ ਬਖਾਨ। ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਕਹਿਣ ਲੱਗੇ ਵੀ ਜੇ ਤੂੰ ਮੈਨੂੰ ਉਸ ਥਾਂ ਤੇ ਹੀ ਲੈ ਜੇ ਜਿੱਥੇ ਘੋੜਾ ਖੜਾ ਸੀ ਤੇ ਮੈਂ ਤੈਨੂੰ ਹੁਣੇ ਦੱਸ ਦਿਆਂ। ਹਾਂਜੀ। ਬਿਨ ਗੁਣ ਹੇਰੇ ਤਰਕ ਨਾ ਕਰੀਐ, ਬੜੇ ਬੜੇ ਨਰ ਜਗਤ ਵਿਚਰੀਐ। ਤੇ ਬਾਬਾ ਜੀ ਉਸ ਬੰਦੇ ਦਾ ਵੀ ਮਨ ਪੱਕਾ ਕਰਨ ਦਾ ਹੈ ਜੀ, ਕਿਉਂ ਉਹਨੇ ਜਾ ਕੇ ਬਾਬਾ ਜੀ ਦੀ ਸਿਫਤ ਜੂ ਕਰਨੀ ਹੈ। ਹਾਂਜੀ। ਬਾਬਾ ਜੀ ਕਹਿੰਦੇ ਮੇਰੀ ਪਰਖ ਕਰੋ ਪਹਿਲਾਂ, ਬਿਨਾਂ ਪਰਖ ਕੀਤਿਆਂ ਤਰਕ ਨਹੀਂ ਕਰੀਦੀ ਹੁੰਦੀ। ਮੈਂ ਸੱਚੀ ਮੁੱਚੀ ਸੁੰਘ ਕੇ ਦੱਸ ਦੇਦਾ। ਕਹਿਣ ਲੱਗੇ ਹਾਂਜੀ। ਇਹੋ ਜਿਹੀਆਂ ਗੱਲਾਂ ਕੀਤੀਆਂ। ਕਹਿਣ ਲੱਗੇ ਮੈਂ ਜਗਤ ਦੇ ਗੁਣੀ ਬੰਦਿਆਂ ਵਿੱਚੋਂ ਇੱਕ ਹੈਗਾ। ਕਹਿਣ ਲੱਗੇ ਹਾਂਜੀ। ਮਹਿ ਮਹਿ ਰਤਨ ਆਹੈ ਸਭ ਵਿਦ ਕੇ, ਖੋਜੇ ਪਾਵੇਂ ਗੁਨੀ ਬਬਿਦ ਕੇ। ਹਾਂਜੀ। ਲਗਾਏ ਸੋ ਦੇਨੋ ਅਬ ਬਸ ਨਾਹੇ, ਕਰੋ ਬਤਾਵਨ ਜਿਸ ਥਲ ਮਾਹੇ। ਬਾਕੀ ਇੱਕ ਗੱਲ ਹੋਰ ਸੁਣ ਲਾ। ਗੱਜ ਕੇ ਆਖੋ ਵਾਹਿਗੁਰੂ। ਮੈਂ ਇਹ ਦੱਸ ਤੇ ਸਕਦਾ ਵੀ ਘੋੜਾ ਗਿਆ ਕਿਵੇਂ ਤੇ ਘੋੜਾ ਗਿਆ ਕਿੱਥੇ। ਲਿਆਉਣਾ ਤੁਹਾਡਾ ਕੰਮ ਹੈਗਾ, ਲੈ ਕੇ ਆਪੇ ਹੀ ਆਇਓ। ਮੈਂ ਤੇ ਦੱਸ ਸਕਦਾ ਵੀ ਗਿਆ ਕਿਵੇਂ ਤੇ ਗਿਆ ਕਿੱਥੇ ਹੈ। ਹਾਂਜੀ। ਨਿਜ ਬਲ ਤੇ ਹਜ਼ਰਤ ਲੈ ਹੈ। ਹਾਂਜੀ। ਹਮਕੋ ਦੋਸ਼ ਨਹੀਂ ਪੁੰਨ ਦੇਹ। ਬਾਕੀ ਅਗੋ ਬਾਦਸ਼ਾਹ ਦਾ ਕੰਮ ਹੈਗਾ। ਕਹਿਣ ਲੱਗੇ ਜੇ ਤੇ ਉਹਦੇ ਤੇ ਜ਼ੋਰ ਹੋਏਗਾ ਤੇ ਘੋੜਾ ਲੈ ਆਏਗਾ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਬਿੱਧੀ ਚੰਦ ਜੀ ਸੱਚ ਵੀ ਬੋਲੀ ਜਾਂਦੇ ਜੀ ਵਿੱਚ, ਕਿਉਂ ਅੱਗੋਂ ਜ਼ੋਰ ਨਾਲ ਹੀ ਘੋੜੇ ਮਿਲਨੇ ਜੀ, ਐਵੇਂ ਤੇ ਮਿਲ ਨਹੀਂ ਸਕਦੇ। ਹਾਂਜੀ। ਕਹਿਣ ਲੱਗੇ ਅੱਗੋਂ ਬਾਦਸ਼ਾਹ ਦਾ ਕੰਮ ਹੈ। ਹਾਂਜੀ। ਸੁਨ ਕੈ ਸੇਵਕ ਨਿਸ਼ਚੈ ਜਾਣਿਓ, ਜਾਏ ਦਰੋਗੇ ਨਿਕਟ ਬਖਾਨਿਓ। ਤੇ ਉਹ ਪਹਿਰੇਦਾਰ ਨੇ ਗੱਲ ਸੁਣ ਕੇ ਦਰੋਗੇ ਨੂੰ ਗੱਲ ਦੱਸੀ ਜੀ। ਹਾਂਜੀ। ਸੁਨੋ ਖਾਨ ਜੀ ਖੋਜੀ ਭਲੋ। ਖਾਨ ਜੀ ਬੜਾ ਸਾਡਾ ਕੰਮ ਸੂਤਰ ਹੋ ਗਿਆ। ਉਹ ਕਹਿੰਦਾ ਕੀ ਹੋਇਆ।
ਕਹਿਣ ਲੱਗਾ ਖੋਜੀ ਇੱਕ ਆਇਆ ਜੇ ਆਪਣੇ ਨਗਰ ਵਿੱਚ। ਹਾਂਜੀ ਤੁਮ ਖੋਜਤ ਸੋ ਅਬ ਹੈ ਮਿਲੋ। ਉਹ ਜਿਹੋ ਜਿਹਾ ਖੋਜੀ ਤੁਸੀਂ ਲੱਭਦੇ ਸੀ ਨਾ, ਇਹ ਉਹੋ ਜਿਹਾ ਹੀ ਖੋਜੀ ਚ। ਹਾਂਜੀ ਦੂਰ ਦੇਸ਼ ਕੋ ਸੋ ਦਿਸ ਆਵੈ, ਗੁਣ ਖੋਜਤ ਕੋ ਅਧਿਕ ਬਤਾਵੈ। ਕਹੈ ਸੁਗੰਧ ਸੋ ਲੇਹੋਂ ਬਤਾਏ, ਜਹਾਂ ਖਰੋ ਹੈ ਥਾਨ ਜਨਾਏ। ਉਹ ਦਰੋਗਾ ਕਹਿੰਦਾ ਵੀ ਕਿਹੋ ਜਿਹਾ ਬੰਦਾ? ਕਹਿਣ ਲੱਗੇ ਵੀ ਬੰਦੇ ਦਾ ਬੇਸ ਇਹੋ ਜਿਹਾ ਚ। ਤੇ ਦੂਜੀ ਗੱਲ, ਉਹ ਬੰਦਾ ਕਹਿੰਦਾ ਜਿੱਥੇ ਵੀ ਤੁਹਾਡਾ ਘੋੜਾ ਹੋਏਗਾ ਖਲੋਤਾ ਸੀਗਾ, ਮੈਨੂੰ ਉਹ ਥਾਂ ਵਿਖਾ ਦਿਓ, ਮੈਂ ਸੁੰਘ ਕੇ ਦੱਸ ਸਕਦਾ ਵੀ ਘੋੜਾ ਕਿਵੇਂ ਤੇ ਕਿੱਥੇ ਗਿਆ। ਹਾਂਜੀ ਸੁਨਤ ਦਰੋਗਾ ਹਰਖਤ ਗਇਓ, ਹਜ਼ਰਤ ਨਿਕਟ ਬਤਾਵਤ ਭਇਓ। ਤੇ ਦਰੋਗਾ ਭੱਜ ਕੇ ਸ਼ਾਹਜਹਾਂ ਕੋਲ ਗਿਆ। ਬਾਦਸ਼ਾਹ ਸਲਾਮਤ, ਵਧਾਈ ਹੋਵੇ। ਉਹ ਕਹਿੰਦਾ ਇੰਨਾ ਮਹਿੰਗਾ ਘੋੜਾ ਗਵਾਚ ਗਿਆ, ਤੂੰ ਵਧਾਈ ਦੇ ਰਿਹਾ? ਉਹ ਕਹਿੰਦਾ ਨਹੀਂ, ਹੁਣ ਘੋੜਾ ਲੱਭ ਜਾਏਗਾ ਸਾਨੂੰ ਵਾਪਸ। ਇਹ ਨਹੀਂ ਪਤਾ ਵੀ ਜਿਹੜਾ ਇੱਕ ਪਿਆ ਉਹ ਵੀ ਚਲ ਜਾਣਾ। ਹਾਂਜੀ ਟੋਰਨ ਖੋਜੀ ਕੋ ਤੁਮ ਕਹਿਓ, ਜਿਹੋ ਜਿਹਾ ਖੋਜੀ ਲੱਭਣ ਵਾਸਤੇ ਤੁਸੀਂ ਆਖਿਆ ਸੀ ਸਾਨੂੰ। ਹਾਂਜੀ ਏਕ ਅਚਾਨਕ ਹੀ ਅਬ ਲਹਿਓ। ਇੱਕ ਅਚਾਨਕ ਹੀ ਇਹੋ ਜਿਹਾ ਖੋਜੀ ਸਾਡੇ ਕੋਲ ਆ ਗਿਆ, ਸਾਡੇ ਕਿਲੇ ਦੇ ਬਾਹਰ ਬੈਠਾ। ਹਾਂਜੀ ਭਾਖਤ ਜਹਾਂ ਖਰੋ ਹੋਏ ਘੋਰਾ, ਹਾਂਜੀ ਕਰੋ ਬਤਾਵਨ ਸੋ ਅਬ ਠੌਰਾ। ਉਹ ਤੇ ਕਹਿੰਦਾ ਹੈ ਵੀ ਜਿੱਥੇ ਘੋੜਾ ਖਲੋਤਾ ਮੈਨੂੰ ਜਗ੍ਹਾ ਵਿਖਾ ਦਿਓ, ਮੈਂ ਆਪੇ ਲੱਭ ਦਿਆਂਗਾ। ਹਾਂਜੀ ਹੁਣ ਅੱਗੋਂ ਫਿਰ ਬਾਬਾ ਜੀ, ਬਾਬਾ ਵਿਧੀ ਚੰਦ ਜੀ ਕਿਵੇਂ ਘੋੜੇ ਕੋਲ ਜਾਂਦੇ ਜੀ, ਤੇ ਕਿਵੇਂ ਫਿਰ ਇਹਨਾਂ ਸਾਰਿਆਂ ਨੂੰ ਸਮਾ ਕੇ ਘੋੜਾ ਲੈ ਕੇ ਆਉਂਦੇ ਜੀ। ਉਹ ਫਿਰ ਆਪਾਂ ਸਾਧ ਸੰਗਤ ਜੀ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਕਿਰਪਾ ਕਰਨ, ਮਿਹਰ ਕਰਨ। ਅੱਜ ਸਿੱਖ ਸੰਗਤਾਂ ਬਾਬਾ ਜੀ ਧੰਨ ਭਗਤ ਕਬੀਰ ਸਾਹਿਬ ਜੀ ਦਾ ਆਗਮਨ ਦਿਨ ਜਿਹੜਾ ਹੈ ਉਹ ਮਨਾ ਰਹੀਆਂ ਨੇ। ਬੜੇ ਹੀ ਪ੍ਰੇਮ ਦੇ ਨਾਲ ਸਾਰੀ ਸੰਗਤ ਆਖੋ ਧੰਨ ਭਗਤ ਕਬੀਰ ਸਾਹਿਬ ਜੀ, ਧੰਨ ਭਗਤ ਕਬੀਰ ਸਾਹਿਬ ਜੀ, ਧੰਨ ਭਗਤ ਕਬੀਰ ਸਾਹਿਬ ਜੀ, ਧੰਨ ਭਗਤ ਕਬੀਰ ਸਾਹਿਬ ਜੀ। ਕਬੀਰ ਸਾਹਿਬ ਆਪ ਕਹਿੰਦੇ, ਕਹਿਣ ਲੱਗੇ ਵੀ ਹੁਣ ਮੇਰੇ ਚ ਤੇ ਰੱਬ ਚ ਕੋਈ ਭੇਦ ਨਹੀਂ ਹੈਗਾ। ਕਹਿਣ ਲੱਗੇ ਅਸੀਂ ਇੱਕ ਹੀ ਹੋ ਗਏ। ਕਹਿਣ ਲੱਗੇ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਕਹਿਣ ਲੱਗੇ ਕੋਈ ਪਛਾਣ ਹੀ ਨਹੀਂ ਸਕਦਾ ਜੀ। ਕਬੀਰ ਸਾਹਿਬ ਨੇ ਵਾਹਿਗੁਰੂ ਜੀ ਦੀ ਭਗਤੀ ਕੀਤੀ ਜੀ, ਤਾਂ ਜੈ ਜੈਕਾਰ ਹੈ ਜੀ। ਹਾਂਜੀ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਾਰਾ ਜਗਤ ਹੀ ਜੈ ਜੈਕਾਰਾਂ ਕਰਦਾ ਜੀ। ਸੋ ਬਾਬਾ ਜੀ, ਬਾਬਾ ਕਬੀਰ ਸਾਹਿਬ ਜੀ ਦੇ ਜਨਮ ਦਿਨ ਦੀ, ਆਪ ਜੀ ਨੂੰ ਆਗਮਨ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਸਾਰੀਆਂ ਸੰਗਤਾਂ ਉੱਤੇ ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ, ਤੇ ਇਸੇ ਤਰ੍ਹਾਂ ਹੀ ਭਜਨ ਬੰਦਗੀ ਸਿਮਰਨ ਜਿਸ ਤਰ੍ਹਾਂ ਭਗਤ ਜੀ ਨੇ ਕਮਾਇਆ, ਜਿਸ ਤਰ੍ਹਾਂ ਭਗਤ ਜੀ ਨੇ ਕਮਾਇਆ, ਉਸ ਤਰ੍ਹਾਂ ਸਾਡੇ ਤੇ ਕਿਰਪਾ ਕਰਨ, ਅਸੀਂ ਵੀ ਇਸ ਪਾਸੇ ਲੱਗ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬਾਬਾ ਜੀ ਕਿਵੇਂ ਜਾਂਦੇ ਜੀ, ਉਹ ਫਿਰ ਕੱਲ ਨੂੰ ਸੁਣਾਂਗੇ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।